ਜਿਹਨੂੰ ਅੰਮ੍ਰਿਤ ਰਸ ਨਹੀਂ ਆਇਆ ਬਹੁਤ ਗੱਲਾਂ ਕਰੂਗਾ, ਬਹੁਤ ਗੱਲਾਂ ਕਰੂਗਾ। ਜਿਹਨੂੰ ਅੰਮ੍ਰਿਤ ਰਸ ਆ ਗਿਆ ਉਹ ਚੁੱਪ ਹੋ ਜਾਂਦਾ। ਕਿਉਂ? ਰੋਟੀ ਖਾਂਦੇ ਆਪਾਂ ਗੱਲ ਨਹੀਂ ਨਾ ਕਰਦੇ। ਇਸੇ ਤਰ੍ਹਾਂ ਜ਼ੁਬਾਨ ਵਿੱਚ ਅੰਮ੍ਰਿਤ ਰਸ ਆ ਰਿਹਾ ਤਾਂ ਅੰਮ੍ਰਿਤ ਰਸ ਆ ਰਿਹਾ ਤੇ ਉਹ ਗੱਲ ਨਹੀਂ ਕਰ ਸਕਦੀ। ਤੇ ਜੇ ਉਹ ਗੱਲ ਕਰਦਾ ਵੀ ਹੈ ਤਾਂ ਉਹਦੇ ਮਨ 'ਚ ਆਏਗਾ ਕਿ ਮੇਰੀ ਸੁਰਤੀ ਨਾ ਟੁੱਟ ਜਾਏ, ਮੇਰੀ ਅੰਮ੍ਰਿਤ ਰਸ ਹੀ ਨਾ ਟੁੱਟ ਜਾਏ। ਇਸ ਲਈ ਉਹ ਬੋਲਦਾ ਬਹੁਤ ਘੱਟ ਆ। ਜਿਹੜਾ ਘੱਟ ਬੋਲੂਗਾ ਉੱਥੋਂ ਤੁਸੀਂ ਜੱਜ ਕਰ ਸਕਦੇ ਹੋ ਕਿ ਭਾਈ ਇਹਨੂੰ ਅੰਮ੍ਰਿਤ ਰਸ ਆ ਰਿਹਾ। ਨਾਲੇ ਉਹਦੀਆਂ ਅੱਖਾਂ ਬੰਦ ਰਹਿਣਗੀਆਂ, ਚੁੱਪ ਕਰਕੇ ਬੈਠਾ ਅੰਮ੍ਰਿਤ ਰਸ ਲੈ ਰਿਹਾ ਹੋਊ, ਸੁਰਤੀ ਲੱਗੀ ਹੋਊ, ਸਮਾਧੀ ਲੱਗੀ ਹੋਊਗੀ। ਇਹ ਉਹਦੀ ਨਿਸ਼ਾਨੀ ਆ। ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਕੈ ਮਧੂਨ। ਜਦੋਂ ਆਪਾਂ ਪ੍ਰੇਮ ਨਾਲ, ਪ੍ਰੇਮ ਪਦਾਰਥ ਨਾਮ ਹੈ ਭਾਈ। ਪ੍ਰੇਮ ਕੀ ਆ? ਤੋ ਅੰਮ੍ਰਿਤ ਰਸ, ਅੰਮ੍ਰਿਤ ਨਿਧਾਨ ਪਾਨ ਕੈ ਮਧੂਨ। ਮਧੂਨ ਹੁੰਦਾ ਮਸਤ। ਜਦੋਂ ਸਾਡਾ ਵਾਹਿਗੁਰੂ ਨਾਲ ਪਿਆਰ ਹੋ ਜਾਂਦਾ, ਪਿਆਰ ਹੋ ਜਾਂਦਾ ਤੇ ਅਸੀਂ ਨਾਮ ਜਪਦੇ ਹਾਂ। ਨਾਮ ਜਪਦੇ ਹਾਂ ਤੇ ਸਾਨੂੰ ਅੰਮ੍ਰਿਤ ਰਸ ਆਉਂਦਾ। ਅੰਮ੍ਰਿਤ ਰਸ ਆਉਂਦਾ ਤੇ ਆਪਾਂ ਉਹਨੂੰ ਪੀਂਦੇ ਹਾਂ। ਪਾਨ ਕੈ ਮਧੂਨ, ਉਹ ਇੱਕ ਖਜ਼ਾਨਾ ਹੈ। ਉਹ ਸਾਨੂੰ ਖਜ਼ਾਨਾ ਮਿਲ ਜਾਂਦਾ। ਉਹਦੇ ਪੀਣ ਨਾਲ ਬੰਦਾ ਮਸਤ ਹੋ ਜਾਂਦਾ, ਬਿਲਕੁਲ ਮਸਤ। ਤੇ ਜਦੋਂ ਮਸਤੀ ਹੋ ਗਿਆ ਤਾਂ ਫਿਰ ਉਹ ਕੀ ਬੋਲੂਗਾ? ਬੋਲ ਨਹੀਂ ਸਕਦਾ ਨਾ, ਮਸਤ ਹੋ ਗਿਆ। ਅੰਮ੍ਰਿਤ ਰਸ ਨਾਲ ਮਧੂਨ ਮਸਤ ਹੋ ਗਿਆ। ਤੋ ਅੰਤਰ ਧਿਆਨ ਦ੍ਰਿਗ ਦੁਤੀਆ ਨ ਚੀਨ ਹੈ। ਅੰਤਰ ਧਿਆਨ ਹੋ ਜਾਂਦਾ, ਉਹਦਾ ਧਿਆਨ ਸੁਰਤੀ ਅੰਦਰ ਵੱਲ ਹੋ ਜਾਂਦੀ ਹੈ। ਫਿਰ ਤੋ ਦ੍ਰਿਗ ਨੇਤਰ ਦੁਤੀਆ ਨ ਚੀਨ ਹੈ। ਦੂਜੀ ਹੋਰ ਕੋਈ ਚੀਜ਼ ਨੂੰ ਉਹ ਪਛਾਣਦਾ ਵੀ ਨਹੀਂ, ਦੇਖਦਾ ਵੀ ਨਹੀਂ। ਕਿਸੇ ਹੋਰ ਚੀਜ਼ ਨੂੰ ਅੰਤਰ ਧਿਆਨ ਹੋ ਗਿਆ। ਅੰਤਰ ਵਾਹਿਗੁਰੂ ਆ, ਉਹ ਵਾਹਿਗੁਰੂ ਵੱਲ ਉਹਦੀ ਸੁਰਤੀ ਜੁੜ ਗਈ ਆ। ਵੈਸੇ ਅੱਖਾਂ, ਪਹਿਲੀ ਗੱਲ ਤਾਂ ਉਹਦੀਆਂ ਅੱਖਾਂ ਮੁੰਦਰੀਆਂ ਰਹਿੰਦੀਆਂ। ਦੂਜੀ ਗੱਲ, ਜੇ ਅੱਖਾਂ ਖੋਲ੍ਹੇਗਾ ਵੀ ਤੇ ਕਿਸੇ ਹੋਰ ਨੂੰ ਨਹੀਂ ਦੇਖੇਗਾ। ਉਹਦਾ ਮਨ ਚਿੱਤ ਨਹੀਂ ਉੱਧਰ ਦੇਖਣ ਨੂੰ, ਕਿਸੇ ਵੱਲ ਧਿਆਨ ਵੀ ਨਹੀਂ ਮਾਰੇਗਾ। ਅੰਮ੍ਰਿਤ ਰਸ ਦਾ ਦੱਸਿਆ, ਅੰਮ੍ਰਿਤ ਰਸ ਬਹੁਤ ਉੱਚਾ ਹੈ। ਸੋ ਪ੍ਰੇਮ ਨੇਮ, ਫਿਰ ਪ੍ਰੇਮ, ਪ੍ਰੇਮ ਨੇਮ ਸਹਿਜ ਸਮਾਧ ਅਨਹਦ ਲਿਵ। ਮੈਂ ਸਹਿਜ ਸਮਾਧ ਅੱਗੇ ਵੀ ਕਿਹਾ। ਸਹਿਜ ਜਦੋਂ ਬਿਲਕੁਲ ਸੁੰਨ ਸਮਾਧ, ਅਡੋਲਤਾ। ਗੁਰੂ ਨਾਨਕ ਜਦੋਂ ਸਹਿਜ ਦਾ ਮਤਲਬ ਹੀ ਹਰ ਚੌਥੜੀ ਲਾਭ ਮਨ ਸਹਿਜ ਭਇਆ। ਸਹਿਜ ਦਾ ਮਤਲਬ ਗੁਰੂ ਨਾਨਕ ਬਣ ਗਿਆ। ਸਹਿਜ ਦਾ ਇੱਕ ਗੱਲ ਯਾਦ ਰੱਖੋ, ਸਹਿਜ ਸੁਨ ਸਮਾਧ, ਸਹਿਜ ਸਮਾਧ, ਇਹ ਸਮਝੋ ਗੁਰੂ ਨਾਨਕ ਬਣ ਗਿਆ। ਗੁਰੂ ਨਾਨਕ ਸੁਭਾਅ ਦਾ ਬਦਲ ਜਾਣਾ। ਪ੍ਰੇਮ, ਪ੍ਰੇਮ ਵਿੱਚ ਆ ਕੇ ਨੇਮ, ਨਾਮ ਦੀ ਕਮਾਈ ਕਰਦਾ ਹੈ ਭਾਈ। ਸਹਿਜ ਸਮਾਧ, ਅਡੋਲਤਾ ਵਿੱਚ ਟਿਕ ਕੇ ਗੁਰੂ ਨਾਨਕ ਬਣ ਗਿਆ। ਅਨਹਦ ਲਿਵ, ਉਹਨੂੰ ਅੰਦਰੋਂ ਇੱਕ ਰਸ ਵਾਹਿਗੁਰੂ ਸੁਣ ਰਿਹਾ, ਅੰਦਰੋਂ ਇੱਕ ਰਸ ਵਾਹਿਗੁਰੂ ਸੁਣ ਰਿਹਾ। ਵਾਹਿਗੁਰੂ 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 ਵਾਹਿਗੁਰੂ, ਉਹਦੀ ਸੁਰਤੀ ਲੱਗ ਗਈ। ਅੰਦਰੋਂ ਇੱਕ ਰਸ ਵਾਹਿਗੁਰੂ ਸੁਣ ਰਿਹਾ। ਤਾਂ ਦੁਤੀਆ ਸ਼ਬਦ ਸਰਵਨੰਤਰ ਨਾ ਕੀਨ ਹੈ। ਫਿਰ ਹੋਰ ਕੋਈ ਸ਼ਬਦ ਆਪਣੇ ਕੰਨਾਂ ਨਾਲ ਸੁਣਨਾ ਨਹੀਂ ਚਾਹੁੰਦਾ। ਉਹ ਨਹੀਂ ਚਾਹੁੰਦਾ ਕਿ ਕੋਈ ਹੋਰ ਮਨ, ਜਦ ਅੰਦਰੋਂ ਕੰਨ ਵਿੱਚ ਵਾਹਿਗੁਰੂ ਦੀ ਆਵਾਜ਼ ਅਨਹਦ, ਇੱਕ ਰਸ ਬਗੈਰ ਵਜਾਇਆ, ਜਦ ਅੰਦਰੋਂ ਕੰਨ ਵਿੱਚ ਵਾਹਿਗੁਰੂ ਦੀ ਆਵਾਜ਼ ਹੀ ਆ ਰਹੀ, ਵਾਹਿਗੁਰੂ ਵਾਹਿਗੁਰੂ, ਤੇ ਉਹਦੇ ਕੰਨ ਵਿੱਚ ਹੋਰ ਕੋਈ ਸ਼ਬਦ ਕਿਵੇਂ ਸੁਣੇਗਾ? ਨਹੀਂ ਸੁਣ ਸਕਦਾ ਨਾ। ਤੇ ਇਸ ਲਈ ਦੁਤੀਆ ਸ਼ਬਦ ਸਰਵਨੰਤਰ ਨਕੀਨ ਹੈ। ਤੇ ਫਿਰ ਉਹ ਕੰਨ ਨਾਲ ਕਿਸੇ ਹੋਰ ਸ਼ਬਦ ਨੂੰ, ਹੋਰ ਸਿਮਰਨ ਨੂੰ ਨਹੀਂ ਸੁਣਦਾ, ਨਹੀਂ ਸੁਣ ਸਕਦਾ, ਸੁਣ ਵੀ ਨਹੀਂ ਸਕਦਾ। ਅੰਦਰੋਂ ਤਾਂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਫਿਰ ਵਾਹਿਗੁਰੂ ਦਾ ਰਸ ਬਹੁਤ ਉੱਚਾ ਹੈ। ਫਿਰ ਸਮਾਧੀ ਲੱਗੀ ਹੋਈ ਹੈ, ਫਿਰ ਅੰਤਰ ਧਿਆਨ ਹੋਇਆ ਹੋਇਆ। ਤੇ ਕਿਉਂ ਕਿਸੇ ਦਾ ਸੁਣੇ? ਤੇ ਅਸੀਂ ਰਾਧਾ ਸਾਮੀਆਂ ਨਿਰੰਕਾਰੀਆਂ ਵੱਲ, ਜੋ ਜਾਣਦਾ ਗੰਦਾ ਬੰਦਾ ਦੇਹ ਧਾਰੀ ਗੁਰੂ ਕੋਲ ਤੁਰਿਆ ਜਾਂਦਾ। ਤੇ ਬਿਸਮ ਵਧੇ। ਅਸਚਰਜਤਾ ਕੀ ਹੈ? ਇਸ ਘਰ ਵਿੱਚ ਰਹਿੰਦਿਆਂ ਘਰ ਤੋਂ ਬਿਸਮ ਵਧੇ। ਅਸਚਰਜਤਾ ਇਹ ਹੋਈ ਹੈ ਕਿ ਸਰੀਰ ਵਿੱਚ ਰਹਿੰਦਿਆਂ ਸਰੀਰ ਤੋਂ ਪਰੇ ਹੋ ਜਾਓ, ਨਹੀਂ ਹੋ ਹੁੰਦਾ। ਨਹੀਂ, ਸਰੀਰ ਵਿੱਚ ਰਹਿੰਦਿਆਂ ਸਰੀਰ ਤੋਂ ਨਿਰਮੋਹ ਹੋ ਜਾਓ, ਨਹੀਂ ਹੋ ਹੁੰਦਾ। ਅਸਚਰਜਤਾ ਇਹ ਹੋਈ, ਸਰੀਰ ਵਿੱਚ ਰਹਿੰਦਿਆਂ ਸਰੀਰ ਤੋਂ ਪਰੇ ਹੋ ਜਾਓ। ਜਗ ਜੀਵਨ ਮੁਕਤ ਭਏ। ਜਗ ਮੁਕਤੀ ਦੀ ਗੱਲ, ਜਗ ਜੀਵਨ ਮੁਕਤ ਭਏ। ਮੈਂ ਜੀਂਦਿਆਂ ਹੀ ਜਗ ਵਿੱਚ, ਜੀਂਦਿਆਂ ਹੀ ਮੁਕਤੀ, ਮਤਲਬ ਸੱਚਖੰਡ ਚਲੇ ਗਏ। ਉੱਥੇ ਜਾ ਕੇ ਦੇਖਿਆ ਵੀ ਹਾਂ ਮੈਂ ਮੁਕਤ ਹਾਂ।
ਧਰਮਰਾਜ ਕੋਲ ਗਏ ਤੇ ਦੇਖਿਆ ਬਾਕੀ ਤਾਂ ਸਾਰੇ ਮੇਰੇ ਨਾਲ ਦੇ ਸਾਥੀ ਲਟਕ ਰਹੇ ਆ, ਛੋਲਿਆਂ ਵਾਂਗੂ ਭੁੰਨੀ ਜਾਂਦਾ ਉਹ, ਮਾਰ ਮਾਰ ਅੱਗ ਤੇ ਲਟਕਾਏ ਪਏ। ਉੱਥੋਂ ਪਤਾ ਲੱਗਦਾ ਮੈਂ ਜੀਵਨ ਮੁਕਤ ਹਾਂ। ਜੀਵਨ ਮੁਕਤ ਦਾ ਕਿਵੇਂ ਪਤਾ ਲੱਗੇ? ਸੱਚਖੰਡ ਪਹੁੰਚ ਜਾਓ, ਧਰਮਰਾਜ ਮੱਥਾ ਟੇਕਦਾ, ਜਮਦੂਤ ਮੱਥਾ ਟੇਕਦੇ ਆ, ਉੱਥੋਂ ਪਤਾ ਲੱਗਦਾ ਮੈਨੂੰ ਜੀਵਨ ਮੁਕਤੀ ਦਾ, ਬਈ ਮੈਂ ਜੀਵਨ ਮੁਕਤ ਹਾਂ। ਤੋ ਜਦੋਂ ਪਰ ਕਦੋਂ ਬਿਸਮ ਵਧੇ, ਅਸ਼ਚਰਤਾ ਕੀ ਆ? ਸਰੀਰ ਵਿੱਚ ਰਹਿੰਦਿਆਂ ਸਰੀਰ ਤੋਂ ਨਿਰਮੋਹ ਹੋ ਜਾਓ, ਉਹ ਨਹੀਂ ਹੁੰਦਾ। ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਗੈਰ ਕੀ ਹੋਣਾ? ਸਰੀਰ ਵਿੱਚ ਰਹਿੰਦਿਆਂ ਸਰੀਰ ਤੋਂ ਨਿਰਮੋਹ ਹੋ ਜਾਓ। ਤੋ ਬਿਸਮ ਵਧੇ ਜਗ ਜੀਵਨ ਮੁਕਤ ਭਏ, ਤ੍ਰਿਭਵਨ ਉਹ ਤ੍ਰਿਭਵਨ ਉਹ ਤ੍ਰਿਕਾਲ ਗਮਤਾ ਪ੍ਰਬੀਨ ਹੈ। ਤ੍ਰਿਭਵਨ ਤਿੰਨ ਭਵਨ, ਪਤਾਲ, ਆਕਾਸ਼ ਤੇ ਧਰਤੀ, ਇਹ ਤਿੰਨ ਭਵਨ। ਤ੍ਰੈਕਾਲ, ਤ੍ਰੈਕਾਲ ਤਿੰਨ ਸਮੇਂ ਦਾ ਨਾਂ ਹੈ, ਵਰਤਮਾਨ, ਭੂਤ, ਭਵਿੱਖ ਤੇ ਵਰਤਮਾਨ, ਤਿੰਨਾਂ ਕਾਲਾਂ ਦੇ ਇਹ ਨਾਂ ਹੈ। ਕੋਈ ਵੀ ਸਮਾਂ ਹੋਵੇ ਗਮਤਾ ਪ੍ਰਬੀਨ ਹੈ, ਕਹਿੰਦੇ ਵੀ ਤਿੰਨਾਂ ਕਾਲਾਂ ਵਿੱਚ, ਤਿੰਨਾਂ ਭਵਨਾਂ ਵਿੱਚ ਜੀਵਨ ਮੁਕਤ ਹੈ। ਜਿਹੜਾ ਸੱਚਖੰਡ ਚਲਾ ਗਿਆ ਉਹ ਤਾਂ ਆਪੇ ਹੀ ਜਾਣਨ ਦੇ ਸਮਰੱਥ ਹੋ ਜਾਂਦਾ। ਭਾਈ ਤਿੰਨਾਂ ਕਾਲਾਂ ਵਿੱਚ ਕੀ ਹੋ ਰਿਹਾ ਤੇ ਤਿੰਨਾਂ ਭਵਨਾਂ ਵਿੱਚ ਕੀ ਹੋ ਰਿਹਾ, ਉਹ ਜਾਣਨ ਦੇ ਸਮਰੱਥ ਹੋ ਜਾਂਦਾ। ਜਦ ਸੱਚਖੰਡ ਹੀ ਪਹੁੰਚ ਗਿਆ, ਉਹ ਸੱਚਖੰਡ ਪਹੁੰਚ ਗਿਆ ਤੇ ਉੱਥੋਂ ਜਦ ਸਹਿਜ ਸਮਾਧੀ ਹੋ ਗਿਆ ਤੇ ਉੱਥੋਂ ਦੀਆਂ ਗੱਲਾਂ ਭਾਈ ਉਹ ਆਪੇ ਹੀ ਤਿੰਨਾਂ ਭਵਨਾਂ ਦਾ ਤੇ ਤਿੰਨਾਂ ਕਾਲਾਂ ਦਾ ਉਸ ਜਾਣੂ ਹੋ ਜਾਂਦਾ ਹੈ, ਜਾਣਨ ਦੇ ਸਮਰੱਥ ਹੋ ਜਾਂਦਾ ਭਾਈ। ਇਹ ਗੱਲ ਸਾਡੇ ਸਿੱਖਾਂ ਵਿੱਚ ਹੈ ਨਹੀਂ, ਗੁਰਦੁਆਰੇ 'ਚ ਸਿਸਟਮ ਹੈ ਨਹੀਂ। ਗੁਰਦੁਆਰੇ ਤੇ ਮੈਂ ਕਈ ਵਾਰੀ ਕਿਹਾ ਸੁਰਤੀ ਲਾ ਕੇ ਦੇਖ ਲਓ ਭਾਈ, ਐਕਸਪੈਰੀਮੈਂਟ ਕਰ ਹੀ ਲਈਦਾ, ਸਾਇੰਸਦਾਨ ਐਕਸਪੈਰੀਮੈਂਟ ਕਰਦੇ ਆ, ਤੁਸੀਂ ਵੀ ਕਰ ਲਓ, ਸਿਮਰਨ ਕਰੀ ਜਾਓ ਸਾਰੀ ਸੰਗਤ ਬੈਠ ਕੇ ਸਵੇਰੇ 4 ਵਜੇ ਆ ਜਾਓ, ਸੂਰਜ ਚੜ੍ਹਨ ਤੱਕ ਵਾਹਿਗੁਰੂ ਬੋਲੀ ਜਾਓ। ਹਫ਼ਤੇ ਬਾਅਦ ਦੇਖੋ ਤੁਹਾਡੀ ਸੁਰਤੀ ਲੱਗ ਗਈ ਕਿ ਨਹੀਂ ਲੱਗੀ, ਚੈੱਕ ਕਰੋ ਆਪਣੇ ਆਪ ਨੂੰ, ਹਫ਼ਤੇ ਬਾਅਦ ਚੈੱਕ ਕਰੋ ਭਾਈ। तो एक गल है भी तो सकल सुगंधता मिलत अरगज्जा होत, कोट अरगज्जा मिल बिसम सुबास है। अरगज्जा की होंदा है? सारियां सुगंधियां नूं इकट्ठे कर लो, कस्तूरी, चंदन, केसर, कपूर, अतर, गुलाब दे फुल, पत्ते, अरगजा बन जाता। सारियां सुगंधियां नूं इकट्ठे करके ना एक अरगजा बनता है। तो अरगजा वाहिगुरू अगे की चीज़ है बई? अरगजा गुरु साहब अगे की अरगजा चंगी है बई? तो चरण कमल गुरु महिमा गाउद बोध, गुर सिख मद कर अनभय ब्यास है। ਇਹੋ ਜਿਹਾ ਕਰੋੜਾਂ ਅਰਗਜੇ ਗੁਰੂ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦੇ ਭਾਈ। ਇਹੋ ਜਿਹਾ ਕਰੋੜਾਂ ਅਰਗਜੇ ਗੁਰੂ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦੇ ਭਾਈ। ਓਏ ਧਿਆਨ ਨਾਲ ਦੇਖੋ, ਵਾਹਿਗੁਰੂ ਥੋੜਾ ਜਿਹਾ ਤੁਹਾਨੂੰ ਸਮਝਾਦੇ ਆ। ਸਾਰੀਆਂ ਸੁਗੰਧੀਆਂ ਇਕੱਠੀਆਂ ਕਰ ਲਈਏ ਨਾ, ਜਿੰਨੀਆਂ ਵੀ ਫੁਲੇਲ, ਕਸਤੂਰੀ, ਚੰਦਨ, ਕੇਸਰ, ਕਪੂਰ, अतर, गुलाब दे फुल, पत्ते आदि होर भी, मुशकपूर, बिलाई, कुशै, सारियां सुगंधियां इकट्ठा कर रहे थे, एक अरगजा बनता है। एक अरगजा सुगंधित पदार्थां दे मेल तो बनिया पदार्थ, वो भी सेंट टाइप है अरगजा। कस्तूरी, चंदन, केसर, कपूर आदि सारियां सुगंधियां मिलन नाल अरगजा बनदा है। सकल सुगंधत मिलत अरगजा होत, कोट अरगजा पर अजिहे करोड़ां अरगजे मिल के भी सतगुरु दे चरना कमलां दी सुगंधी दे सामने हैरान परेशान हन, भाव तुच्छ मात्र हन। देखिया जे कोट अरगजा मिल बिसम सुबास, तो हैरान सतगुरु की सुगंधी। सतगुरु गुरु नानक दी तगे के सकल अनूप रूप कमला बिखे समात। सकल सारे, सकल होंदा सारा, विश्व विश्व आश्चर्य हैरान। संसार दियां सारियां अलौकिक सुहपन लक्ष्मियां विच समाइयां हुई। सकल अनूप रूप कमला लक्ष्मी बिखे समात उहदे विच समाइयां हुई।
ਪਰ ਗੁਰੂ ਚਰਨਾਂ ਦੇ ਸੁੰਦਰ ਪ੍ਰਕਾਸ਼ ਨੂੰ ਵੇਖ ਕੇ ਕਰੋੜਾਂ ਲక్ష్ਮੀਆਂ ਵੀ ਚਕਿੱਤਰ ਰਹਿ ਜਾਂਦੀਆਂ, ਹੈਰਾਨ ਹੋ ਜਾਂਦੀਆਂ। ਕੋਟ ਕਮਲਾ ਪ੍ਰਕਾਸ਼ ਕਰ ਹਿਰਤ ਹੈਰਾਨ। ਗੁਰੂ ਨਾਨਕ ਪਾਤਸ਼ਾਹ ਸਰਬ ਨਿਧਾਨ ਮਿਲ ਪਰਮ ਨਿਧਾਨ ਪਏ। ਸਾਰੀ ਦੁਨੀਆ ਦੇ ਖਜ਼ਾਨੇ ਮਿਲ ਜਾਣ, ਸਾਰੀ ਦੁਨੀਆ ਦੇ ਸਾਰੇ ਖਜ਼ਾਨੇ ਇਕੱਠੇ ਕਰ ਲਈਏ ਨਾ, ਪਰਮ ਨਿਧਾਨ ਪਏ ਤੇ ਉਹ ਵੱਡਾ ਖਜ਼ਾਨਾ ਬਣ ਜਾਂਦਾ, ਵੱਡਾ ਖਜ਼ਾਨਾ। ਕੋਟ ਨਿਧਾਨ ਪਰ ਅਜਿਹੇ ਕਰੋੜਾਂ ਖਜ਼ਾਨਿਆਂ ਦਾ ਸੁੱਖ ਕੁੱਟ ਕੇ ਨਿਧਾਨ ਹੋਏ ਚਕਿਤ ਬਿਲਾਸ ਹੈ। ਇਹੋ ਜਿਹਾ ਕਰੋੜਾਂ ਖਜ਼ਾਨਿਆਂ ਦਾ ਗੁਰੂ ਚਰਨਾਂ ਤੋਂ ਪ੍ਰਾਪਤ ਹੋਣ ਵਾਲੇ ਮਹਾਨ ਆਤਮਿਕ ਆਨੰਦ ਦੇ ਬਰਾਬਰ ਸਾਹਮਣੇ ਡੌਰ ਭੋਰ ਬੜੇ ਹੈਰਾਨ ਹੋ ਰਿਹਾ। ਜੋ ਆਨੰਦ ਉੱਥੇ ਚਰਨ ਕਮਲ ਗੁਰੂ ਮਹਿਮਾ ਅਗਾਧ ਬੋਧ, ਚਰਨ ਕਮਲ ਗੁਰੂ ਮਹਿਮਾ ਅਗਾਧ ਬੋਧ, ਗੁਰ ਸਿੱਖ ਮਦ ਕਰ ਅਨ ਪੈ ਅਭਿਆਸ ਕਹਿ। ਤੋ ਸਤਿਗੁਰੂ ਦੇ ਚਰਨ ਕਮਲਾਂ ਦੀ ਮਹਿਮਾ ਸਮਝ ਸੋਝੀ ਤੋਂ ਪਰੇ ਅਗਾਧ ਬੋਧ ਅਕਲ 'ਚ ਨਹੀਂ ਆ ਸਕਦੀ। ਗੁਰੂ ਦੇ ਚਰਨਾਂ ਵਿੱਚ ਆਪਾਂ ਨਹੀਂ ਲਿਖ ਸਕਦੇ। ਗੁਰੂ ਦੇ ਚਰਨ ਪੌਲੀ ਮਿਲਣੀ ਹੈ, ਚਰਨਾਂ ਤੇ ਮੱਥਾ ਟੇਕਣਾ, ਚਰਨਾਂ ਦੀ ਧੂੜ ਲੈਣੀ ਹੈ, ਚਰਨਾਂ ਨੂੰ ਹੀ ਮਸਤਕ ਨਾਲ ਲਾਉਣਾ। ਦੇਖੋ ਨਾ, ਸਾਰੀਆਂ ਜਦੋਂ ਮੱਥਾ ਟੇਕਦੇ ਸੀ ਗੁਰੂ ਨਾਨਕ ਪਾਤਸ਼ਾਹ ਹੋਣ, ਜਦੋਂ ਆਪਾਂ ਮੱਥਾ ਟੇਕਦੇ ਹਾਂ ਤੇ ਮਸਤਕ ਗੁਰੂ ਸਾਹਿਬ ਦੇ ਚਰਨਾਂ ਨਾਲ ਹੀ ਲਾਉਂਦੇ ਹਾਂ, ਤੇ ਚਰਨ ਪੌਲ ਵੀ ਉੱਥੋਂ ਚਰਨਾਂ ਤੋਂ ਹੀ ਮਿਲਦੀ ਆ, ਤੇ ਚਰਨ ਧੂੜ ਵੀ ਚਰਨਾਂ ਤੋਂ ਹੀ ਮਿਲਦੀ ਆ। ਸਾਰਾ ਕੁਝ ਚਰਨਾਂ 'ਚ ਹੀ ਆ। ਤੇ ਉਹਦੀ ਮਹਿਮਾ ਅਗਾਧ ਬੋਧ, ਅਗਾਧ ਬੁੱਧੀ ਤੋਂ ਪਰੇ ਆ, ਅਕਲ ਨਹੀਂ ਦੱਸ ਸਕਦੀ। ਮਹਿਮਾ ਅਗਾਧ ਬੋਧ, ਗੁਰਸਿੱਖ ਮਦ ਕਰ ਅਨਪੇ ਅਭਿਆਸ ਕਹਿ। ਤੇ ਗੁਰਸਿੱਖ ਭੌਰੇ ਵਾਂਗ ਮਦ ਕਰ, ਮੇਰੇ ਕੋ ਪ੍ਰਭੂ ਦੇ ਨਾਮ ਅਭਿਆਸ ਦੁਆਰਾ ਗੁਰੂ ਨਾਨਕ ਦੇ ਚਰਨ ਕਮਲਾਂ ਵਿੱਚ ਜੁੜ ਕੇ ਆਨੰਦ ਮਾਣਦੇ। ਇੱਕੋ ਗੁਰਸਿੱਖ ਹੀ ਆ ਜੋ ਉਸ ਚਰਨ ਕਮਲਾਂ ਦਾ ਆਨੰਦ ਮਾਣ ਸਕਦਾ ਤੇ ਜਾਣ ਸਕਦਾ। ਦੇਖਿਆ ਜੇ ਸਾਰੀਆਂ ਸੁਗੰਧੀਆਂ ਚਰਨਾਂ ਦੇ ਬਰਾਬਰ ਨਹੀਂ, ਸਾਰੀ ਦੁਨੀਆ ਦੀ ਸੁੰਦਰਤਾ ਉਸ ਚਰਨਾਂ ਦੇ ਬਰਾਬਰ ਨਹੀਂ, ਸਾਰੀ ਦੁਨੀਆ ਦੇ ਖਜ਼ਾਨੇ ਉਸ ਚਰਨਾਂ ਦੇ ਬਰਾਬਰ ਨਹੀਂ, ਤੇ ਗੁਰਸਿੱਖ ਲੈ ਜਾਂਦੇ। ਤੇ ਆਪਾਂ ਗੁਰਸਿੱਖ ਨੂੰ ਸਮਝਿਆ ਹੀ ਕੁਛ ਨਹੀਂ। ਰਤਨ ਪਾਰਖ ਮਿਲ ਰਤਨ ਪਰੀਖਾ ਹੋਤ, ਰਤਨ ਪਾਰਖ ਮਿਲ ਰਤਨ ਪਰੀਖਾ ਹੋਤ, ਗੁਰਮੁਖ ਹਾਟ ਸਾਟ ਰਤਨ ਵਿਹਾਰ ਹੈ। ਰਤਨਾਂ ਦੇ ਪਾਰਖ ਨੂੰ ਮਿਲ ਕੇ ਹੀ ਰਤਨਾਂ ਦੀ ਪਰਖ ਹੋ ਸਕਦੀ, ਠੀਕ ਹੈ। ਇਸੇ ਤਰ੍ਹਾਂ ਗੁਰਸਿੱਖ ਸੇਵਕ ਸਤਿਗੁਰੂ ਸਰਾਫ ਦੀ ਹੱਟੀ ਤੇ ਨਾਮ ਰਤਨ ਦੇ ਲੈਣ ਦੇਣ ਦਾ ਵਪਾਰ ਕਰਦਾ ਹੈ। ਗੁਰਸਿੱਖ ਹਾਟ ਸਾਟ, ਦੇਖਿਆ ਜੀ, ਸਾਟ ਸੌਦਾ ਲੈਣ ਦੇਣ ਰਤਨ ਵਿਹਾਰ ਹੈ, ਉਹ ਰਤਨਾਂ ਦਾ ਹੀ ਵਪਾਰ ਕਰਦਾ ਹੈ। ਗੁਰਸਿੱਖ ਵਾਹਿਗੁਰੂ ਦੀ ਗੁਰੂ ਨਾਨਕ ਦੀ ਹੱਟੀ ਤੋਂ ਰਤਨਾਂ ਦਾ ਹੀ ਵਪਾਰ ਕਰਦਾ ਹੈ। ਰਤਨ ਹੈ ਤਾਂ ਕੌਡੀ ਆ, ਦੂਜਾ ਸਾਰੇ। ਸੋ ਮਾਨਕ ਹੀਰਾ ਅਮੋਲ ਮਨ ਮੁਕਤਾਹਲ ਕੇ ਗਾਕ ਚਾਹਕ ਲਾਭ ਲਬਤ ਅਪਾਰ ਹੈ। ਸੋ ਅਮੋਲਕ ਮਾਨਕ ਹੀਰਿਆਂ ਮਨੀਆਂ ਤੇ ਮੋਤੀਆਂ ਦਾ ਜਿਹੜਾ ਵਪਾਰੀ, ਕੋਈ ਵੀ ਜਿਹੜਾ ਵਪਾਰੀ ਹਿਰਦਿਓਂ ਮਨੋਂ ਚਾਹਵਾਨ ਹੁੰਦਾ ਹੈ, ਉਹ ਹੀ ਉਸ ਤੇ ਵਪਾਰ ਤੋਂ ਬੇਅੰਤ ਲਾਭ ਖੱਟਦਾ ਹੈ। ਇਸੇ ਤਰ੍ਹਾਂ ਸੁੱਚੇ ਗੁਰੂ ਦੇ ਸਿੱਖ ਨਾਮ ਰਤਨ ਦਾ ਸੱਚਾ ਵਪਾਰ ਕਰਦੇ ਤੇ ਜੀਵਨ ਦਾ ਲਾਭ ਖੱਟਦੇ। ਗਾਹਕ ਚਾਹਕ ਲਾਭ ਲਬਤ ਅਪਾਰ, ਸ਼ਬਦ ਸੁਰਤ ਅਵਗਾਹਨ ਬਸਾਹਨ ਕਹਿ। ਤੋ ਸ਼ਬਦ ਸੁਰਤ ਵਾਹਿਗੁਰੂ ਸਿਮਰਨ ਵਿੱਚ ਲੀਨ ਹੋਣ ਨਾਲ ਅਤੇ ਨਾਮ ਰੂਪੀ ਸ਼ਬਦ ਦਾ ਸੌਦਾ ਵੰਜਨ ਨਾਲ, ਗੁਰਬਾਣੀ ਸਮਝਣ ਨਾਲ ਤੇ ਸਿਮਰਨ ਵਿੱਚ ਲੀਨ ਹੋਣ ਨਾਲ ਸਤਿਗੁਰੂ ਦੇ ਦਰ ਤੋਂ ਪ੍ਰੇਮ ਨੇਮ ਨਿਭਾਉਣ ਵਾਲਾ ਮਹਾਨ ਖਜ਼ਾਨਾ ਪ੍ਰਾਪਤ ਹੋ ਜਾਂਦਾ। ਸ਼ਬਦ ਸੁਰਤ ਅਵਗਾਹਨ ਬੇਸਾਹਨ ਕਹਿ। ਬੇਸਾਹਨ ਖਰੀਦਣਾ, ਅਵਗਾਹਨ ਡੂੰਘੀ ਖੋਜ ਵਿਚਾਰ, ਚੁੱਭੀ ਮਾਰਨੀ, ਅਵਗਾਹਨ ਲੀਨ ਹੋਣਾ। ਸੋ ਪਰਮ ਨਿਧਾਨ ਪ੍ਰੇਮ ਨੇਮ ਗੁਰਦੁਆਰਾ ਹੈ। ਗੁਰਦੁਆਰੇ ਕੀ ਆ? ਆਪਾਂ ਇਹ ਗੱਲ ਕਹਿੰਦੇ, ਉਹ ਭਾਈ ਗੁਰਦੁਆਰੇ ਕੀ ਕਰਨ ਜਾਂਦੇ, ਤੁਸੀਂ ਵੀ ਕਦੀ ਖਜ਼ਾਨਾ ਲੱਭਿਆ? ਪਰਮ ਨਿਧਾਨ ਪ੍ਰੇਮ ਨੇਮ ਗੁਰਦੁਆਰਾ ਹੈ।
तो गुरुद्वारे जाके गुरु के द्वार ते जाके इन्होंने सब तो बड़ा महान खजाना प्राप्त हो जाता है। ये आपां नूं भी होया, वो खजाने का पता भी आ, शब्द सुरत का पता। गुरसिख संध मिल संगम समागम कह। गुरसिख तो सतगुरु दे सच्चे गुरसिख गुरु नाल मिलाप हो जाता। संध मिल गुरु नाल मिल के गुरसिख का मिलाप, सतगुरु सच्चे सेवक दे मिल के मिलिया। गुरु प्यारी सतसंगत दे मिलाप द्वारा संगम मिलाप समागम के उत्थे समागम हो रहा सी। संगत दे मिलाप द्वारा गुरु दा सन्मुख सिख जेड़े माया में उदास भाव तरत संसार है। बस वो शरीर तो निर्मोह रहिंदा, माया विच विचरदा, शरीर विच रहिंदा, शरीर तो निर्मोह है, निर्लेप रहिंदा ते संसार सागर तो तर जाता है। बीत सचखंड पहुँच जाता है, जन्म मरण तो रहत हो जाता है। माया मैं तेन अगे भी समझाया, माया नोटां का नां नहीं भाई होई, माया करंसी का नां नहीं होई, माया डॉलरां का ते पाउंडां का नां नहीं, माया शरीर का नां है जिहड़ा तुहानूं वाहिगुरू नालों तोड़दा है। तो शरीर तो निर्मोह हो जाता है, शरीर विच रहिंदा होया शरीर तो निर्मोह है। रब शरीर विच ही रह रहा, रब की गल कीती, शरीर तो निर्मोह हो जाता। ये किसे किसे नूं आउंदा निर्मोह के शरीर विच रहिंदियां। देख ना, घर विच रहिंदियां घर तो निर्मोह, घर विच रहिंदियां वोटी कोल बैठी है, अंदरों प्यार ही नहीं उहदे नाल, बच्चों नाल प्यार ही नहीं बहुता, भैन भरा नाल प्यार ही नहीं, माँ प्यो नाल बहुता प्यार ही नहीं, अंदर प्यार वाहिगुरू नाल बहुत घट। औखी है गल समझ आनी, बहुत औखी है, बहुत औखी। तो चरण कमल मकरंद रस लुभत होए, नित कर सहज समाध लिव लागी है। सतगुरु दे सोहणे कमल चरण कमल दी धूड़ी विच समाया, चरण कमल मकरंद धूड़ी विच समाया, नाम रस दे आनंद विच लुभाया होया। गुरसिख निज आत्म स्वरूप विच टिकिया रहिंदा। निज घर सहज समाध, मैं अगे कहा निज घर सहज समाध। गुरु नानक दी समाधि तो सचखंड ही है भाई, बस निज घर सचखंड सहज समाध। गुरु नानक वर्गी समाधि लगी है, उहदी तो सचखंड समाधि निज घर विच समाधि लगी पई है, गुरु नानक की समाधि लगी पई है। चरण कमल मकरंद लस लुभत होए, फिर वो चरणों का भौरा, गुरु नानक के चरणों का भौरा लुभत होए, ਉਹਦੇ ਵਿੱਚ ही मगन है। तो गुरमत हृदय जगमग जोत जागी है। तो गुरु की मत लिया हृदय विच वाहिगुरू दा जगमग जोत, लाइट ही लाइट प्रकाश जगमग कर रही है, जगमगा रही है, लाइट ही लाइट कर दी, प्रकाश हो गया। यू आर इनलाइटेड, अंदर प्रकाश हो गया गुरमत होने। पर होया किवें? वो गुरु नानक दे चरणों का भौरा सी। मकरंद रस लुभत होए, चरण कमल मकरंद रस लुभत होए। दसिया ਜਿਹੜੇ ਉਹਦੇ ਚਰਨਾਂ ਦੇ ਭੋਰੇ ਕਿੰਨੇ ਗੁਣ ਆ ਜਾਂਦੇ। ਪਹਿਲਾਂ ਕੀ ਕਿਹਾ? ਸੱਚਖੰਡ ਪਹੁੰਚ ਗਿਆ, ਨਿਜ ਘਰ ਚਲਾ ਗਿਆ, ਸਹਿਜ ਆ ਗਿਆ, ਸਮਾਧੀ ਲੱਗ ਗਈ। ਦੂਜਾ ਕਿਹਾ ਵੀ ਉਹਦੇ ਅੰਦਰ ਹੀ ਪ੍ਰਕਾਸ਼ ਹੋ ਗਿਆ। ਤੀਜਾ ਚਰਨ ਕਮਲ ਮਕਰੰਦ ਰਸ ਲੁਭਤ ਹੋਏ, तो ਅੰਮ੍ਰਿਤ ਨਿਧਾਨ ਪਾਣ ਦੁਰਮਤ ਭਾਗੀ ਹੈ। तो ਜਿਹੜੀ ਉਹਦੇ ਗੁਰੂ ਨਾਨਕ ਦੇ ਚਰਨਾਂ ਦੇ ਭੌਰੇ ਆ ਲੁਭਤ ਹੋਏ, ਫਿਰ ਅੰਮ੍ਰਿਤ ਨਿਧਾਨ ਉਹਨਾਂ ਨੂੰ ਅੰਮ੍ਰਿਤ ਦਾ ਖਜ਼ਾਨਾ ਹੀ ਅੰਦਰੋਂ ਲੱਭ ਗਿਆ। ਪਾਨ ਹੁੰਦਾ ਪੀਤਾ। ਦੁਰਮਤ ਭਾਗੀ ਹੈ ਤੇ ਭੈੜੀ ਮੱਤ ਉਹਨਾਂ ਦੀ। ਸਰੀਰ ਤਿਆਗ ਦਿੱਤਾ, ਭੈੜੀ ਮੱਤ ਸਰੀਰ ਆ, ਬਸ ਭੈੜੀ ਮੱਤ ਤਿਆਗ ਦਿੱਤੀ। ਚਰਨ ਕਮਲ ਮਕਰੰਦ ਰਸ ਲੁਭਤ ਹੋਏ, ਜਿਹੜੀ ਉਹਦੇ ਚਰਨਾਂ ਦੇ ਭੌਰੇ ਰੱਬ ਨਾਲ ਜੁੜੇ, ਗੁਰਬਾਣੀ ਨਾਲ ਜੁੜੇ, ਸਾਰੀ ਦਿਹਾੜੀ ਵਿਚਾਰ ਕਰਦੇ, ਸਿਮਰਨ ਕਰਦੇ, ਮਾਇਆ ਮੈਂ ਉਦਾਸ ਵਾਸ ਬਿਰਲੇ ਬਿਰਾਗੀ ਹੈ। ਉਹ ਸਰੀਰ ਵਿੱਚ ਰਹਿੰਦੇ, ਸਰੀਰ ਵੱਲੋਂ ਪਰਿਵਾਰ ਵਿੱਚ ਰਹਿੰਦੇ ਆ, ਪਰਿਵਾਰ ਵੱਲੋਂ ਘਰ ਵਿੱਚ ਰਹਿੰਦੇ ਆ, ਘਰ ਵੱਲੋਂ ਉਦਾਸ ਵਿਰਤਕ, ਬਸ ਬਿਰਲੋ ਬਿਰਾਗੀ ਹੈ। ਉਹ ਨਿਰਲੇਪ, ਉਸ ਵਰਗਾ ਹੋਰ ਕੋਈ ਨਹੀਂ। ਉਹ ਮਾਇਕ ਪਦਾਰਥਾਂ ਤੋਂ ਨਿਰਮੋਹ ਵਿਰਾਗੀ ਹੁੰਦਾ ਭਾਈ, ਬਾਸ ਬਿਰਲਾ ਵਿਰਾਗੀ। ਬਿਰਲੋ ਪਰ ਹੈ ਕਹਿੰਦੇ ਬਿਰਲਾ, ਉਹਦਾ ਵਾਸਾ ਵਾਸ ਰਹਿੰਦਾ ਵਿੱਚ। ਬਿਰਲੋ ਬਿਰਲੋ ਵਿਰਾਗੀ ਬੜਾ ਔਖੀ ਖੇਡ ਆ। ਨਹੀਂ, ਮੈਂ ਕਦੀ ਨਹੀਂ ਕਿਹਾ ਸੌਖੀ ਆ, ਔਖੀ ਖੇਡ ਆ। ਜੈਸੋ ਨਾਉ ਡੂਬਤ
सो जो बचे सो भलो। नाव डुब गई है, बेड़ी डुब गई दरिया विच, जेड़ा बचया वही चंगा। ठीक है ना। तो बूट गए पाछे पछतायो रह जात है, नहीं तो डुब जान पिछों पछतावा ही रह जाना सी। डुब गए तो डुब जाते तो फिर पाछे पछतावा ही रह जाता। जेड़े मर गए आप पछतावा ही कर सकते, की करते? मर गया तो की करिए, मर गए तो पछतावा ही है। जैसे घर लागो आग, जोई बचे सोई भलो, जय बूझे पाछे कछ बस ना बसात है। तो जिमें घर नूं अग लग जाए तो उस विचों जो बच सके वही चंगा है, नहीं तो सड़ के बुझण पिछों कोई चारा नहीं चल सकता। नहीं है ना। जार बूझे पाछे कछ बस ना बसात, कुछ चारा नहीं चल सकता। जैसे चोर लागे जागे, तो जो ही रहे सोई भलो, तो सोए रहे रीतो घर देखे उठ प्रात है। सो जिमें चोर दे चोरी करदियां जाग पईए तो कुछ भी बाकी रह जाए तो चंगो भला, नहीं तो सुते रहे सवेरे जाके खाली घर ही वेखी जाए, खाली घर देखी जाए। सुते रहे तो खाली घर ही देखना कोई। हाँ, सोए रहे रीतो रात घर देखे उठ प्रात। तो तैसे तैसे अंतकाल गुरु चरण सरने आवे, पावे मोख पदवी ना तुर बिलात है। देखिया अजे भी कहते हैं इसे तरह जे कोई भुला प्राणी अंत समय भी गुरु चरना दी शरण आ जाए, अमृत छाके बाणी नाल सिमरन नाल जुड़ जाए, असूलां नाल जुड़ जाए, सतगुरु तो गुरदीख्या प्राप्त कर लैंदा है ते वो संसार तो तर जान वाली पदवी प्राप्त कर लेंदा। नहीं तो रोंदा कुरलांदा ही जमा दे वस पै जांदा। देखिया अजे भी क्या भाई अमृत छक लो, तो मेरा गुरु नानक तो नहीं माड़ा, उन्हें तो तुहानू जन्म दिता। मेरा गुरुदेव माता, गुरुदेव पिता, गुरुदेव स्वामी परमेश्वर, साडा माँ प्यो तो असली माँ प्यो तो गुरु नानक है। अंदर तो वाहिगुरू ही आ, अंदर तो गुरु नानक ही है। गुरु परमेश्वर एक है, सब में रहा समाए, अंदर तो गुरु नानक है। तो गुरु नानक का पुत्र गुरु नानक ही आ। नहीं समझ आई तो भाई ते अमृत छकन वालों ने जागने। अंत काल एक घड़ी निगरह कै सती होए, धन धन कहत है सकल संसार जी। जिवें ना स्त्री जीवन के अंत समय एक घड़ी नहीं अपने आप नूं काबू करके अपने मरे पति दी बलदी चिता विच पै के सती हो जाती है। अंत काल एक घड़ी निगरह कै रोकन लई, काबू करन लई, हट करन लई सती हो जाती है। तो धन धन कहत है सगल संसार जी। तो सारा संसार उन्होंने धन कहता है। पुरानियां रीतां अजकल तो गुरु साहब ने रोक दिता। सो अंत काल एक घड़ी निगरह कै रोकन लई, काबू करन लई। अंत काल एक घड़ी निगरह कै जोधा जुधे, इत उत जट कत होत है जयकार, जय जयकार जी। तो जिमें सूरबीर जोधा अंत समय एक घड़ी ਲਈ अपने आप ते काबू पा के लड़दियां शहीद हो जाता है। तो इत्थे उत्थे जिथे किथे सब थाई उसकी जय जयकार होती है। इत उत जट कत होत है जय जयकार जी। तो भाई अंतकाल एक घड़ी निगरे ते चोर मरे। तो इसे दे उल्ट, तो जिमें चोर घड़ी दी घड़ी ਲਈ चोरी करन ਲਈ हट करदा है, निगरे वो भी सोच के। तो फांसी कह सूरी चढ़ाए जग में त्रिकार जी। तो इस तरह ही उन्होंने फांसी दी जाती है, तो सूली ते चढ़ दिता जाता है, तो सारा संसार फिटकारा पाਉਂਦਾ। महा गंदा निकम्मा बंदा सी। तो तैसे दुर्मत गुरमत कै असाध साध, तैसे दुर्मत गुरमत कै असाध साध, संगत सुभाव गत मानस अवतार। इस तरह खोटी मत दे कारण बुरा बनी दे,
ਤੇ ਗੁਰੂ ਦੀ ਮੱਤ ਧਾਰਨ ਕੀਤਿਆਂ ਭਲਾ ਮਨੁੱਖ ਹੋਈਦਾ ਹੈ। ਤੋ ਸੰਗਤ ਦੇ ਵਰਤਾਓ ਅਨੁਸਾਰ ਹੀ ਮਨੁੱਖਾ ਜਨਮ ਸਫਲਾ ਤੇ ਅਸਫਲਾ ਹੋ ਜਾਂਦਾ। ਭੈੜੀ ਸੰਗਤ ਕਰਾਂਗੇ ਤੇ ਮਨੁੱਖਾ ਜਨਮ ਅਸਫਲ ਗਿਆ। ਚੰਗੀ ਸੰਗਤ ਗੁਰਦੁਆਰੇ ਜਾਵਾਂਗੇ, ਬਾਣੀ ਨਾਲ ਜੁੜਾਂਗੇ, ਸਿਮਰਨ ਕਰਾਂਗੇ ਤੇ ਜਨਮ ਸਫਲਾ ਹੋ ਜਾਂਦਾ। ਭਾਈ ਐਗਜ਼ਾਮਪਲਾਂ ਦੇਖ ਲਓ ਕਿੱਦਾਂ ਦੀ। ਆਦਿ ਕੈ ਅਨਾਦ ਅਰ ਅੰਤ ਕੈ ਅਨੰਤ ਅਤ। ਆਦ ਮੁੱਢ ਆਰੰਭ, ਅਨਾਦ ਆਦ ਤੋਂ ਵੀ ਪਹਿਲਾਂ, ਅਨੰਤ ਅੰਤ ਤੋਂ ਪਰੇ, ਅਨੰਤ ਅਤ ਬਹੁਤ ਅਪਾਰ, ਪਾਰ ਤੋਂ ਪਰੇ, ਅਥਾ ਜਿਸ ਦੀ ਡੂੰਘਾਈ ਨਾ ਜਾਣੀ ਜਾ ਸਕੇ। ਥਾ ਡੂੰਘਾਈ ਦਾ ਅੰਤ ਪਾ ਸਕਦੇ ਥਾ। ਗੱਲਾਂ ਤਾਂ ਬਹੁਤ ਲਿਖੀਆਂ, ਜਿਵੇਂ ਆਦ ਕਰਕੇ ਅਬਨਾਸ਼ੀ ਵਾਹਿਗੁਰੂ ਆਦ ਤੋਂ ਪਰੇ ਹੈ। ਆਦ ਕਰਕੇ, ਆਦ ਵੀ ਨਹੀਂ, ਅਨਾਦ ਤੋਂ ਵੀ, ਉਹ ਆਦ ਤੋਂ ਵੀ ਪਹਿਲਾਂ ਦਾ। ਸੋ ਅੰਤ ਕਰਕੇ ਅੰਤ ਤੋਂ ਪਰੇ, ਆਦ ਤੋਂ ਵੀ ਪਹਿਲਾਂ, ਆਦ ਤੋਂ ਅਨਾਦ ਹੈ। ਅਨਾਦ ਜਦੋਂ ਆਦ ਨਹੀਂ ਸੀ ਉਦੋਂ ਵੀ ਵਾਹਿਗੁਰੂ ਹੈਗਾ ਸੀ। ਅੰਤ ਵੀ ਹੋ ਜਾਏਗਾ ਨਾ ਤਾਂ ਵੀ ਵਾਹਿਗੁਰੂ, ਅੰਤ ਤੋਂ ਵੀ ਪਰੇ ਹੋ, ਅੰਤ ਵੀ ਹੋ ਜਾਏ, ਦੁਨੀਆ ਖਤਮ ਹੋ ਜਾਏ ਤਾਂ ਵੀ ਵਾਹਿਗੁਰੂ ਹੈਗਾ। ਤੇ ਉਸਦੇ ਦੂਜੇ ਸਿਰੇ ਦਾ ਪਾਰ ਲੱਭਣ ਲਈ ਉਹ ਅਪਾਰ ਹੈ, ਤੇ ਉਸਦੀ ਡੰਗਾਈ ਜਾਣਨ ਲਈ ਉਹ ਥਾ ਹੈ। ਇਉਂ ਹੀ ਐਸੇ ਵਾਹਿਗੁਰੂ ਜੀ ਵਾਂਗ ਸਤਿਗੁਰੂ ਦੀ ਵਡਿਆਈ। ਆਦਿ ਕੈ ਅਨਾਦ ਅਰ ਅੰਤ ਕੈ ਅਨੰਤ ਅਤ। ਪਾਰ ਕੇ ਅਪਾਰ ਨਾ ਅਥਾ ਅਥਾ ਪਾਈ ਹੈ। ਉਹਦੀ ਥਾ ਪਾਈ ਨਹੀਂ ਜਾ ਸਕਦੀ, ਉਹ ਥਾ ਹੈ, ਥਾ ਨਹੀਂ ਪਾਈ ਜਾ ਸਕਦੀ। ਮਿਤ ਕੈ ਅਮਿਤ ਅਰ ਸੰਖ ਕੈ ਅਸੰਖ ਪੁਨ। ਲੇਖ ਕੇ ਲੇਖ ਨਹੀਂ, ਤੋਲ ਕੈ ਤੁਲਾਈ ਹੈ। ਸੋ ਜਿਵੇਂ ਅਬਨਾਸ਼ੀ ਵਾਹਿਗੁਰੂ ਮਿੰਤੀ ਵੱਲੋਂ ਅਮਿਤ ਹੈ, ਨਾਪਿਆ ਨਹੀਂ ਜਾ ਸਕਦਾ, ਗਿਣਤੀ ਨਹੀਂ ਕੀਤੀ ਜੀ, ਗਿਣਤੀ ਵੱਲੋਂ ਅਗਿਣਤ ਹੈ। ਸੰਖ ਕੈ ਅਸੰਖ ਪੁਨ, ਤੋ ਲੇਖਿਆ ਤੋਂ ਅਲੇਖ ਹੈ ਅਤੇ ਤੋਲਣ ਤੋਂ ਤੁਲ ਹੈ। ਇਵੇਂ ਐਸੇ ਵਾਹਿਗੁਰੂ ਵਾਂਗ ਸਤਿਗੁਰੂ ਦੀ ਵਡਿਆਈ ਹੈ। ਕੋਈ ਆਪਾਂ ਨਹੀਂ ਸਮਝ ਸਕਦੇ, ਉਹ ਸਿੱਖ ਨਹੀਂ ਸਮਝ ਸਕਦੇ। ਅਰਧ ਉਰਧ ਪਰਜੰਤ ਕੈ ਅਪਾਰ ਜੰਤ, ਅਗੰਮ ਅਗੋਚਰ ਨਾ ਮੂਲ ਕੈ ਮਲਾਈ ਹੈ। ਜਿਵੇਂ ਵਾਹਿਗੁਰੂ ਜੀ ਦੇ ਹੇਠਾਂ ਉੱਪਰ ਦੀ ਸੀਮਾ ਜਾਣਨ ਲਈ ਉਹ ਅਸੀਮ ਹੈ, ਸੀਮਾ ਨਹੀਂ, ਅਪਹੁੰਚ, ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਅਗੋਚਰ, ਅਗੰਮ ਅਗੋਚਰ, ਪਰੇ ਤੋਂ ਪਰੇ, ਉਸਦਾ ਮੁੱਲ ਨਹੀਂ ਪੈ ਸਕਦਾ। ਇਵੇਂ ਹੀ ਵਾਹਿਗੁਰੂ ਜੀ ਵਾਂਗ ਸਤਿਗੁਰੂ ਦੀ ਵਡਿਆਈ ਹੈ। ਪਰਮ ਭੁੱਤ ਆਚਰਜ ਬਿਸਮ ਅਤ, ਅਬਿਕਤ ਗਤ ਸਤਿਗੁਰੂ ਕੀ ਵਡਾਈ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮ ਅਦਭੁਤ, ਆਚਰਜ, ਅਤੀ ਅਚੰਭਾ ਕਰ ਦੇਣ ਵਾਲਾ ਹੈ। ਇਵੇਂ ਹੀ ਅਬਨਾਸ਼ੀ ਵਾਹਿਗੁਰੂ ਜੀ ਵਾਂਗ ਗੁਰੂ ਨਾਨਕ ਦੀ ਵਡਿਆਈ। ਸਤਿਗੁਰੂ ਨਾਨਕ ਦੇਵ ਦੇਖਿਆ ਜੇ, ਉਹ ਦੇਖ ਲਿਆ। ਮੈਂ ਕਿਸੇ ਨੂੰ ਕਿਹਾ ਗੁਰੂ ਨਾਨਕ ਕਰਤਾ, ਕਹਿੰਦਾ ਕਿਵੇਂ? ਸਮਝਣ ਨੂੰ ਹੀ ਤਿਆਰ ਨਹੀਂ ਭਾਈ, ਗੱਲ ਸਮਝਣ ਨੂੰ ਤਿਆਰ ਨਹੀਂ। ਚਰਨ ਸਰਨ ਗੁਰੂ ਨਾਨਕ ਵਾਹਿਗੁਰੂ ਆ। ਉਹ 20 ਵਾਰੀ ਕਹਿ ਦਿੰਦਾ, ਓਏ ਗੁਰੂ ਨਾਨਕ ਵਾਹਿਗੁਰੂ ਆ, ਗੁਰੂ ਨਾਨਕ ਵਾਹਿਗੁਰੂ ਆ, ਵਾਹਿਗੁਰੂ ਗੁਰੂ ਨਾਨਕ ਆ। ਰੱਬ ਦਾ ਨਾਂ ਹੀ ਗੁਰੂ ਨਾਨਕ, ਏਦਾਂ ਕਹਿ ਲਓ, ਰੱਬ ਦਾ ਨਾਂ ਗੁਰੂ ਨਾਨਕ ਆ, ਰੱਬ ਦਾ ਨਾਂ ਗੁਰੂ ਨਾਨਕ ਆ, ਬਸ। ਚਰਨ ਸਰਨ ਗੁਰ ਤੀਰਥ ਪੁਰਬ ਕੋਟ, ਦੇਵੀ ਦੇਵ ਸੇਵ ਗੁਰੂ ਚਰਨ ਸਰਨ ਹੈ। ਕਹਿੰਦੇ ਕਰੋੜਾਂ ਤੀਰਥਾਂ ਦਾ ਫਲ ਸਤਿਗੁਰੂ ਦੇ ਚਰਨਾਂ ਦੀ ਓਟ ਲੈਣ ਵਿੱਚ ਹੈ, ਤੇ ਕਰੋੜਾਂ ਦੇਵੀ ਦੇਵਤੇ ਦੀ ਸੇਵਾ ਦੇ ਮਹੱਤਮ ਸਤਿਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ। ਦੇਖੋ, ਚਰਨ ਸਰਨ ਗੁਰ ਤੀਰਥ ਪੁਰਬ ਕੋਟ, ਪੁਰਬ ਗੁਰ ਤੀਰਥ, ਚਰਨ ਸਰਨ ਗੁਰ ਤੀਰਥ ਪੁਰਬ, ਕਰੋੜਾਂ ਤੀਰਥ, ਕਰੋੜਾਂ ਤੀਰਥ, ਤੀਰਥ ਮੇਰੇ ਗੁਰੂ ਨਾਨਕ ਦੇ ਚਰਨਾਂ ਵਿੱਚ ਓਟ ਲੈਂਦੇ ਫਿਰਦੇ ਆ। ਮੇਰੇ ਗੁਰੂ ਨਾਨਕ ਦੇ ਚਰਨਾਂ ਦੀ ਓਟ ਲੈਂਦੇ ਫਿਰਦੇ ਆ। ਸੋ ਦੇਵੀ ਦੇਵ ਸੇਵ ਗੁਰੂ ਚਰਨ ਸਰਨ ਹੈ। ਕਰੋੜਾਂ ਦੇਵੀ ਦੇਵਤਿਆਂ ਦੀ ਸੇਵਾ ਦਾ ਮਹੱਤਮ ਹੈ ਸਤਿਗੁਰੂ ਦੇ ਚਰਨਾਂ ਦੀ ਸਰਨ। ਮੈਂ ਚਰਨ ਅੱਗੇ, ਚਰਨ ਮੈਨੇ ਚਰਨੀ ਲੱਗ ਜਾਣਾ, ਸਰਨ ਮੈਨੇ ਅਸੂਲਾਂ ਨਾਲ ਜੁੜ ਜਾਣਾ। ਭਾਈ ਅੰਮ੍ਰਿਤ ਛਕ ਕੇ ਬਾਣੀ ਨਾਲ ਜੁੜ ਜਾਓ। ਕਰੋੜਾਂ ਦੇਵੀ ਦੇਵਤਿਆਂ ਦਾ ਮਹੱਤਮ ਤੇ ਕਰੋੜਾਂ ਤੀਰਥਾਂ ਦਾ ਇਸ਼ਨਾਨ ਹੋ ਗਿਆ। ਅੰਮ੍ਰਿਤ ਛਕੋ ਤਾਂ ਚਰਨ ਸਰਨ ਗੁਰੂ ਕਾਮਨਾ ਸਕਲ ਫਲ। ਚਰਨ ਸਤਿਗੁਰੂ ਦੇ ਚਰਨ ਸਰਨ ਵਿੱਚ ਸਭ ਕਾਮਨਾ
ਫਲਦੀਆਂ ਫੁੱਲਦੀਆਂ ਭਾਵ ਪ੍ਰਾਪਤ ਹੋ ਜਾਂਦੀਆਂ। ਰਿੱਧ ਸਿੱਧ ਨਿੱਧ ਅਵਤਾਰ ਅਮਰਨ ਹੈ। ਰਿੱਧੀਆਂ ਸਿੱਧੀਆਂ ਨਿੱਧੀਆਂ ਮੂਰਤੀਮਾਨ ਹੋ ਕੇ ਸਦਾ ਲਈ ਹਾਜ਼ਰ ਰਹਿੰਦੀਆਂ, ਹਮੇਸ਼ਾ ਲਈ ਹਾਜ਼ਰ ਰਹਿੰਦੀਆਂ। ਬਿਲਕੁਲ ਅਵਤਾਰ ਅਮਰਨ ਹੈ, ਸਦਾ ਲਈ ਮੂਰਤੀਮਾਨ ਹੋ ਜਾਂਦੀ ਹੈ ਸਾਹਮਣੇ। ਅਮਰਨ ਸਦੀਵ ਨਾਲ, ਸਦੀਵ ਕਾਲ ਲਈ ਅਮਰਨ। ਤੋ ਚਰਨ ਸਰਨ ਗੁਰੂ ਨਾਮ ਨਿਹਕਾਮ ਧਾਮ। ਤੋ ਸਤਿਗੁਰੂ ਦੇ ਚਰਨਾਂ ਸਰਨ ਅੰਮ੍ਰਿਤ ਛਕ ਕੇ ਅਸੂਲਾਂ ਨਾਲ ਜੁੜ ਜਾਣਾ, ਅੰਮ੍ਰਿਤ ਛਕ ਕੇ ਬਾਣੀ ਨਾਲ ਜੁੜ ਜਾਣਾ। ਚਰਨ ਸਰਨ ਲੈਣ ਵਾਲੇ ਲਈ ਨਿਸ਼ਕਾਮ ਭਾਵਨਾ ਸਹਿਤ ਰਾਧਿਆ ਨਾਮ ਸਿਮਰਨ, ਨਿਸ਼ਕਾਮ ਭਾਵਨਾ ਨਾਲ ਸਿਮਰਨ ਕੀਤਾ। ਸੋ ਭਗਤ ਜੁਗਤ ਕਰ ਤਾਰਨ ਤਰਨ ਹੈ। ਤੋ ਸਾਰੇ ਸੁੱਖਾਂ ਦਾ ਸਥਾਨ ਅਤੇ ਉਹ ਗੁਰਸਿੱਖ ਨਾਮ ਭਗਤੀ ਦੀ ਜੁਗਤੀ ਵਿੱਚ ਜੁਟ ਕੇ ਆਪ ਤਰਦਾ ਹੈ, ਹੋਰਨਾਂ ਨੂੰ ਤਾਰਨ ਲੈ ਵਸੀਲਾ ਬਣਨਾ। ਤਾਰਨ ਤਰਨ ਹੈ। ਚਰਨ ਸਰਨ ਗੁਰੂ ਮਹਿਮਾ ਅਗਾਧ ਬੋਧ। ਅੰਮ੍ਰਿਤ ਛਕ ਕੇ ਬਾਣੀ ਨਾਲ ਜੁੜ ਜਾਣਾ, ਉਹਦੀ ਮੈਂ ਕੁਛ ਗੱਲ ਕਰ ਨਹੀਂ ਸਕਦਾ। ਅੰਮ੍ਰਿਤ ਛਕ ਕੇ ਵਾਹਿਗੁਰੂ ਨਾਲ ਜੁੜ ਜਾਣਾ, ਅਸੂਲਾਂ ਨਾਲ ਜੁੜ ਜਾਣਾ। ਗੁਰੂ ਮਹਿਮਾ, ਗੁਰੂ ਦੀ ਮਹਿਮਾ ਅਗਾਧ ਬੋਧ, ਅਖਲੋਂ ਬਾਹਰੀ ਗੱਲ ਆ ਕੋਈ ਬੰਦਾ ਉਹਨੂੰ ਬਿਆਨ ਨਹੀਂ ਕਰ ਸਕਦਾ। ਹਰਨ ਫਰਨ ਗਤ ਕਾਰਨ ਕਰਨ ਹੈ। ਭਾਈ ਸਤਿਗੁਰੂ ਦੇ ਚਰਨਾਂ ਦੀ ਮਹਿਮਾ ਅਗਾਧ, ਸਮਝ ਤੋਂ ਪਰੇ ਕੋਈ ਬੰਦਾ ਦੱਸ ਨਹੀਂ ਸਕਦਾ। ਜੋ ਜਗਤ ਦੇ ਰਚਨਹਾਰ ਪ੍ਰਭੂ ਵਾਂਗ ਖੋਟੇ ਕਰਮਾਂ ਨੂੰ ਨਾਸ਼ ਕਰਨ ਹਾਰੇ ਤੇ ਸ਼ੁਭ ਕਰਮਾਂ ਨੂੰ ਦੇਵੀ ਗੁਣਾਂ ਨੂੰ ਪ੍ਰਗਟਾਉਣ ਵਾਲੀ ਹਰਨ ਭਰਨ ਗਤ ਕਾਰਨ ਕਰਨ ਹੈ। ਗੁਰਸਿੱਖ ਏਕਮੇਕ ਰੋਮ ਮਹਿਮਾ ਅਨੰਤ, ਅਗੰਮ ਅਪਾਰ ਗੁਰ ਮਹਿਮਾ ਨਿਧਾਨ ਹੈ। ਏਕਮੇਕ ਇਕਮਿਕ, ਇੱਕ ਰੂਪ, ਅਨੰਤ ਬੇਅੰਤ। ਤੋ ਸਤਿਗੁਰੂ ਦੀ ਸੇਵਾ, ਗੁਰਦੁਆਰੇ ਵਿੱਚ ਸਿਮਰਨ, ਲੰਗਰ ਦੀ ਸੇਵਾ, ਸਿਮਰਨ ਦੀ ਅਟੁੱਟ ਕਮਾਈ ਸੇਵਾ ਸਿਮਰਨ ਹੈ। ਮੈਂ ਕਿਹਾ ਸੇਵਾ ਤਿੰਨ ਆ। ਸੇਵਾ ਪੰਜਾਬੀ ਵਿੱਚ ਗੱਲ ਕਰਾਂਗੇ, ਸੇਵਾ ਹੱਥੀ ਸੇਵਾ, ਲੰਗਰ ਦੀ ਸੇਵਾ, ਸੇਵਾ ਸਰਨੀ ਆ ਜਾਣਾ ਹਿੰਦੀ ਵਿੱਚ, ਸੇਵਾ ਸੰਸਕ੍ਰਿਤ ਵਿੱਚ ਸਿਮਰਨ, ਸਿਮਰਨ ਕਰਨਾ, ਸੁਰਤੀ ਲਾਉਣੀ। ਤੋ ਸਤਿਗੁਰੂ ਦੀ ਸੇਵਾ ਵਿੱਚ, ਸਿਮਰਨ ਕਰਨ ਵਿੱਚ, ਸਿਮਰਨ ਦੀ ਨਾਮ ਕਮਾਈ ਦਾ ਸਦਕਾ ਸਤਿਗੁਰੂ ਨਾਲ ਇੱਕ ਰੂਪ ਹੋਏ ਗੁਰਸਿੱਖ ਇੱਕਮਿਕ ਹੋ ਗਿਆ ਨਾ। ਦੇਖਿਆ, ਸਿਮਰਨ ਕਰਨ ਨਾਲ ਆਪਾਂ ਸਤਿਗੁਰੂ ਨਾਲ ਇੱਕਮਿਕ ਗੁਰੂ ਨਾਨਕ ਬਣ ਜਾਣਾ ਹੈ, ਗੁਰੂ ਨਾਨਕ ਵਰਗੇ ਹੋ ਜਾਣਾ। ਸਿਮਰਨ ਕਰਨ ਨਾਲ ਗੁਰਸਿੱਖ ਇੱਕਮਿਕ ਹੋ ਜਾਂਦਾ, ਉਹਦੀ ਮਹਿਮਾ ਹੀ ਬੇਅੰਤ ਹੈ। ਗੁਰੂ ਮਹਿਮਾ ਨਿਧਾਨ ਹੈ, ਉਹਦੀ ਮਹਿਮਾ ਹੀ ਹੈ। ਅਗਮ ਅਪਾਰ ਗੁਰੂ ਮਹਿਮਾ ਨਿਧਾਨ ਹੈ। ਦੇਖੋ ਗੁਰਸਿੱਖ ਏਕਮੇਕ ਰੋਮ ਮਹਿਮਾ, ਇੱਕ ਰੋਮ ਦੀ ਮਹਿਮਾ ਬੇਅੰਤ ਹੈ। ਤਾਂ ਫਿਰ ਪਹੁੰਚ ਤੇ ਬੇਅੰਤ ਵਡਾਈ ਵਾਲਾ ਸਤਿਗੁਰੂ ਤਾਂ ਮਹਿਮਾ ਦਾ ਭੰਡਾਰ ਹੈ। ਜੇ ਗੁਰਸਿੱਖ ਦੀ ਇੱਕ ਰੋਮ ਦੀ ਮਹਿਮਾ ਬੇਅੰਤ ਹੈ, ਅਨੰਤ ਹੈ, ਤੋ ਅਗਮ ਅਪਾਰ ਗੁਰੂ ਮਹਿਮਾ ਨਿਧਾਨ ਹੈ। ਉਹ ਤਾਂ ਫਿਰ ਸਤਿਗੁਰੂ ਦੀ ਮਹਿਮਾ, ਸਤਿਗੁਰੂ ਦੀ ਬੇਅੰਤ ਵਡਾਈ ਵਾਲਾ ਸਤਿਗੁਰੂ ਦੀ ਮਹਿਮਾ ਤਾਂ ਫਿਰ ਭੰਡਾਰ ਹੈ, ਨਿਧਾਨ ਖਜ਼ਾਨਾ ਹੈ। ਗੁਰਸਿੱਖ ਏਕਮੇਕ ਬੋਲ ਕੋ ਨਾ ਤੋਲ ਮੋਲ। ਤੋ ਸ੍ਰੀ ਗੁਰੂ ਸ਼ਬਦ ਅਗੁਮਿਤ ਗਿਆਨ ਨਿਧਾਨ ਹੈ। ਤੇ ਸਤਿਗੁਰੂ ਦੀ ਹੁਕਮਾਂ ਦੀ ਕਮਾਈ ਕਰਨ ਵਾਲੇ ਸਤਿਗੁਰੂ ਨਾਲ ਇੱਕਮਿਕ ਹੋਏ ਗੁਰਸਿੱਖ ਦੇ ਬਚਨਾਂ ਦਾ ਕੋਈ ਬੋਲ ਤੋਲ ਮੋਲ ਨਹੀਂ ਹੋ ਸਕਦਾ। ਤੇ ਫਿਰ ਸਤਿਗੁਰੂ ਦਾ ਸ਼ਬਦ, ਗੁਰਮੰਤਰ, ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਅਤੇ ਧਿਆਨ ਦੀ ਪਹੁੰਚ ਤੋਂ ਪਰੇ, ਉਹ ਤਾਂ ਪਹੁੰਚ ਤੋਂ ਹੀ ਪਰੇ, ਪਹੁੰਚ ਤੋਂ ਪਰੇ ਹੈ। ਗੁਰਸਿੱਖ ਏਕਮੇਕ ਦ੍ਰਿਸ਼ਟ ਤਾਰੇ, ਸ੍ਰੀ ਗੁਰੂ ਕਟਾਖ ਕਿਰਪਾ ਕੋ ਨ ਪਰਮਾਨ ਹੈ। ਸਤਿਗੁਰੂ ਦੀ ਦ੍ਰਿਸ਼ਟੀ ਸਦਕਾ ਸਤਿਗੁਰੂ ਨਾਲ ਇੱਕਮਿਕ ਹੋਏ ਗੁਰਸਿੱਖ ਦੀ ਦ੍ਰਿਸ਼ਟੀ ਜਿਸ ਪ੍ਰਾਣੀ ਤੇ ਪੈਂਦੀ ਹੈ,
ਉਸਨੂੰ ਸੰਸਾਰ ਸਾਗਰ ਤੋਂ ਉਤਾਰ ਦਿੰਦੀ। ਤਾਂ ਫਿਰ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਕੋਈ ਅੰਦਾਜ਼ਾ ਤਾਂ ਲਾਇਆ ਹੀ ਨਹੀਂ ਜਾ ਸਕਦਾ। ਸਤਿਗੁਰੂ ਦੀ ਦ੍ਰਿਸ਼ਟੀ ਦਾ ਤਾਂ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਗੁਰਸਿੱਖ ਏਕਮਿਕ ਪਲ ਸੰਗ ਰੰਗ ਰਸ ਅਭਿਗਤ ਗਤ ਸਤਿਗੁਰੂ ਨਿਰਵਾਨ ਹੈ। ਤੋ ਨਾਮ ਕਮਾਈ ਸਦਕਾ ਸਤਿਗੁਰੂ ਨਾਲ ਏਕਮਿਕ ਹੋਏ ਗੁਰਸਿੱਖ ਦੀ ਇੱਕ ਪਲ ਦੀ ਸੰਗਤ, ਇੱਕ ਪਲ ਦੀ ਸੰਗਤ, ਏਕ ਮੇਕ ਪਲ ਸੰਗ ਰੰਗ ਰਸ, ਇੱਕ ਪਲ ਦੀ ਸੰਗਤ ਖੁਸ਼ੀ ਖੇੜਾ ਅੰਮ੍ਰਿਤ ਰਸ ਦਾਨ ਕਰਦੀ ਹੈ। ਤੋ ਸਤਿਗੁਰੂ ਦਾ ਅਬਿਨਾਸ਼ੀ, ਗੁਰੂ ਨਾਨਕ ਦਾ ਅਬਿਨਾਸ਼ੀ, ਵਾਹਿਗੁਰੂ ਵਾਂਗ ਪਰਮ ਆਨੰਦ ਰੂਪ ਹੈ। ਮਤਲਬ ਦੱਸਿਆ ਕਿ ਵਾਹਿਗੁਰੂ ਦੀ, ਗੁਰੂ ਨਾਨਕ ਦੀ ਥੋੜੀ ਜਿਹੀ ਕਿਰਪਾ ਨਾਲ ਗੁਰਸਿੱਖ ਦੀ ਕਿੰਨੀ ਮਹਿਮਾ ਅਗਾਧ ਬੋਧ ਹੋ ਜਾਂਦੀ। ਤੇ ਸਤਿਗੁਰੂ ਉਹਦੀ ਤਾਂ ਫਿਰ ਮਹਿਮਾ ਦੱਸੀ ਨਹੀਂ ਜਾ ਸਕਦੀ। ਦੇਖਿਆ ਜੀ, ਬਰਨ ਬਰਨ ਬਹੁ ਬਰਨ ਘਟਾ ਘਮੰਡ, ਬਸੁੱਧਾ ਬਿਰਾਜਮਾਨ ਬਰਖਾ ਆਨੰਦ ਕੇ। ਰੰਗਾਂ ਰੰਗਾਂ ਦੇ ਬਰਨ ਦਾ ਰੰਗ, ਕਾਸ਼ ਵਿੱਚ ਭਾਂਤ ਭਾਂਤ ਦੇ ਬਹੁਤੇ ਰੰਗਾਂ ਦੇ ਬੱਦਲਾਂ ਦੀਆਂ ਘਟਾਂ ਦੇ ਇਕੱਠ ਹੋਣ ਤੇ ਵਰਖਾ ਹੋਣ ਕਾਰ ਧਰਤੀ ਸੁਭਾਏਮਾਨ ਹੁੰਦੀ ਹੈ। ਬਸੁੱਧਾ ਬਿਰਾਜਮਾਨ ਬਰਖਾ ਆਨੰਦ ਕੇ, ਉਹ ਸੁਭਾਏਮਾਨ ਹੁੰਦੀ ਹੈ ਤੇ ਆਨੰਦ ਮੰਗਲਾਚਾਰ ਛਾ ਜਾਂਦਾ ਹੈ। ਧਰਤੀ ਬਹੁਤ ਖੁਸ਼ ਹੁੰਦੀ ਹੈ ਵਰਖਾ ਤੇ ਮਤਲਬ। ਤੋ ਬਰਨ ਬਰਨ ਹੋਏ ਪ੍ਰਫੁੱਲਤ ਬਨਾਸਪਤੀ, ਬਰਨ ਬਰਨ ਫਲ ਫੂਲ ਮੂਲ ਕੰਦ ਕੈ। ਭਾਈ ਉਸ ਤੋਂ ਉਪਜੇ ਰੰਗਾਂ ਰੰਗਾਂ ਫੁੱਲਾਂ ਫੁੱਲਾਂ ਤੇ ਕੰਦ ਮੂਲ ਦੇ ਕਾਰਨ ਭਾਂਤ ਭਾਂਤ ਦੀ ਬਨਸਪਤੀ ਖਿੜਦੀ ਹੈ। ਬਾਰਿਸ਼ ਨਾਲ ਬਹੁਤ ਬੂਟਾ ਹੋ ਜਾਂਦਾ ਹੈ। ਤੇ ਬਰਨ ਬਰਨ ਖੱਗ ਬਿਬਦ ਭਾਖਾ ਪ੍ਰਗਾਸ, ਤੋ ਕੁਸੁਮ ਸੁਗੰਧ ਪੌਣ ਗੌਣ ਸੀਤ ਮੰਦ ਕੈ। ਸੋ ਪੌਣ ਗੌਣ ਹਵਾ ਦਾ ਚੱਲਣਾ, ਪੌਣ ਗੌਣ ਹਵਾ ਦਾ ਚੱਲਣਾ। ਖੱਗ ਹੁੰਦਾ ਪੰਛੀ, ਵਿਵਿਧ ਭਾਖਾ ਕਈ ਤਰ੍ਹਾਂ ਦੀਆਂ ਬੋਲੀਆਂ ਪ੍ਰਗਾਸ ਪ੍ਰਗਟਾਉਂਦੇ ਹਨ। ਕੁਸੁਮ ਫੁੱਲ, ਸੋ ਇਹ ਫਿਰ ਫੁੱਲਾਂ ਦੀ ਸੁਗੰਧੀ ਤੇ ਸੀਤਲ ਮਿੱਠੀ ਹਵਾ ਦੇ ਚੱਲਣ ਸਦਕੇ ਰੰਗਾਂ ਰੰਗਾਂ ਦੇ ਪੰਛੀ ਆ ਕੇ ਕਈ ਤਰ੍ਹਾਂ ਦੀਆਂ ਬੋਲੀਆਂ ਦਾ ਪ੍ਰਗਟਾਵਾ ਕਰਦੇ ਹਨ। ਤੋ ਰਵਨ ਗਵਨ ਜਲ ਬਲ ਤ੍ਰਿਣ ਸੋਭਨ, ਤੋ ਸਫਲ ਹੋਏ ਚਰਨ ਕਮਲ ਮਕਰੰਦ ਕੇ। ਇਹ ਸਭ ਕੁਛ ਪੰਛੀਆਂ ਦਾ ਬੋਲਣਾ, ਸੀਤਲ ਮਿੱਠੀ ਪੌਣ ਦਾ ਚੱਲਣਾ ਤੇ ਜਲ ਥਲ ਵਿਖੇ ਸੋਭਾ ਦੇ ਭੰਡਾਰ, ਬਨਸਪਤੀ ਆਦਿ ਦੇ ਰੰਗ ਮਾਨਣੇ, ਸਤਿਗੁਰੂ ਦੇ ਚਰਨ ਕਮਲਾਂ ਦੀ ਧੂੜੀ ਸਦਕਾ ਹੀ ਤੋ ਸਤਿਗੁਰੂ ਦੇ ਦਰੜਾਏ ਸ਼ਬਦ ਦੀ ਕਮਾਈ ਕੀਤਿਆਂ ਹੀ ਸਫਲ ਹੁੰਦੇ। ਸਤਿਗੁਰੂ ਰਵਨ ਗਵਨ ਜਲ ਥਲ ਤਰੇ ਤ੍ਰਿਣ ਸੋਭਾ ਨਿਧ, ਸਫਲ ਹੋਏ ਚਰਨ ਕਮਲ ਮਕਰੰਦ ਕੈ। ਚਰਨ ਕਮਲ ਮਕਰੰਦ, ਮਕਰੰਦ ਹੁੰਦਾ ਰਸ। ਚੀਟੀ ਕੇ ਉਦਰ ਵਿਖੇ ਹਸਤੀ ਸਮਾਏ ਕੈਸੇ, ਉਹ ਤੁਲ ਅਪਹਾਰ ਭਾਰ ਭ੍ਰਿੰਗੀ ਨਾ ਉਠਾਵੀ। ਚੀਟੀ ਹੁੰਦੀ ਕੀੜੀ, ਉਦਰ ਹੁੰਦਾ ਪੇਟ, ਹਸਤੀ ਹੁੰਦਾ ਹਾਥੀ, ਭ੍ਰਿੰਗੀ ਇੱਕ ਤਰ੍ਹਾਂ ਦੀ ਤਿਤਲੀ ਹੈ ਜੋ ਕਈ ਰੰਗਾਂ ਦੇ ਕੀੜਿਆਂ ਨੂੰ ਆਪਣੇ ਜਿਹਾ ਕਰ ਲੈਂਦੀ ਹੈ, ਆਪਣੇ ਜਿਹਾ। ਸੋ ਜਿਵੇਂ ਕੀੜੀ ਦੇ ਪੇਟ ਵਿੱਚ ਹਾਥੀ ਕਿਵੇਂ ਮਿਟ ਸਕਦਾ ਹੈ, ਸਮਾ ਸਕਦਾ ਹੈ, ਉਹ ਕੀੜੀ ਦੇ ਪੇਟ ਵਿੱਚ ਹਾਥੀ ਸਮਾ ਸਕਦਾ ਹੈ? ਨਹੀਂ। ਅਤੁੱਲ ਪਹਾੜ ਭਾਰ ਭ੍ਰਿੰਗੀ ਨਾ ਉਠਾਵੇ, ਤੇ ਭ੍ਰਿੰਗੀ ਛੋਟਾ ਜਿਹਾ ਕੀੜਾ, ਸੋ ਪਹਾੜ ਦਾ ਬੇਅੰਤ ਭਾਰ ਨਹੀਂ ਉਠਾ ਸਕਦਾ। ਨਹੀਂ, ਅਤੁੱਲ ਪਹਾੜ, ਪਹਾੜ ਦਾ ਪਹਾੜ ਭਾਰ ਭ੍ਰਿੰਗੀ ਨਹੀਂ ਉਠਾ ਸਕਦੀ। ਨਹੀਂ। ਸੋ ਮੱਛਰ ਕੇ ਡੰਗ ਨਾ ਮਰਦ ਹੈ ਬਾਸਕ ਨਾਗ। ਬਾਸਕ ਨਾਗ ਸੱਪਾਂ ਦਾ ਰਾਜਾ ਸ਼ੇਸ਼ ਨਾਗ। ਸੋ ਜਿਵੇਂ ਮੱਛਰ ਦੇ ਡੰਗ ਨਾਲ ਸੱਪਾਂ ਦਾ ਰਾਜਾ ਸ਼ੇਸ਼ ਨਾਗ ਨਹੀਂ ਮਰਦਾ। ਨਹੀਂ। ਤੋ ਮਕੜੀ ਕੇ ਚੀਤੇ ਜੀਤੇ ਸਰ ਨਾ ਪੁਜਾਵੇ, ਤੋ ਮਕੜੀ ਚੀਤੇ ਨੂੰ ਨਹੀਂ ਜਿੱਤ ਸਕਦੀ ਤੇ ਨਾ ਹੀ ਉਸਦੀ ਬਰਾਬਰੀ ਕਰ ਸਕਦੀ। ਠੀਕ ਹੈ ਜੀ। ਤੋ ਤਮਚਰ ਉੱਡਤ ਨਾ ਪਹੁੰਚੀ ਆਕਾਸ਼ ਬਾਸ। ਤਮਚਰ ਹਨੇਰੇ ਚੱਡਣ ਵਾਲਾ ਪੰਛੀ, ਉੱਲੂ। ਤਮਚਰ ਉੱਡਤ ਨਾ ਪਹੁੰਚੇ ਆਕਾਸ਼ ਬਾਸ, ਮੂਸਾ ਤਉ ਨਾ ਪੈਰਤ ਸਮੁੰਦਰ ਪਾਰ ਪਾਵੇ।
ਸੋ ਤਿਵੇਂ ਉੱਲੂ ਉੱਡ ਕੇ ਆਕਾਸ਼ ਤੇ ਨਹੀਂ ਪੁੱਜ ਸਕਦਾ, ਤੇ ਚੂਹਾ ਤਾਂ ਸਮੁੰਦਰ ਵਿੱਚ ਪੈ ਕੇ ਤਰ ਕੇ ਉਸਦੇ ਪਾਰਲੇ ਕੰਢੇ ਤੇ ਪਾਰ ਨਹੀਂ ਜਾ ਸਕਦਾ। ਨਹੀਂ ਚੂਹਾ ਮੂਸਾ ਤੈਸੇ ਪ੍ਰੇਮ ਨੇਮ ਅਗਮ ਅਗਾਧ ਬੋਧ, ਤੇ ਗੁਰ ਸਿੱਖ ਸਾਗਰ ਜਿਉ ਬੂੰਦ ਹੋਏ ਸਮਾਵੇ। ਇਸੇ ਤਰ੍ਹਾਂ ਹੀ ਭਾਈ ਪਿਆਰੇ ਪ੍ਰੀਤਮ ਦੀ ਪ੍ਰੇਮ ਦੀ ਮਰਿਆਦਾ ਵੀ ਸਾਡੀ ਸਮਝ ਸੋਝੀ ਤੋਂ ਪਰੇ ਤੇ ਅਤ ਗੰਭੀਰ ਹੈ। ਤੈਸੇ ਪ੍ਰੇਮ ਨੇਮ ਅਗਮ ਅਗਾਧ ਬੋਧ ਅਪਹੁੰਚਿਆ ਦਾ ਪਿਆਰ, ਇਸੇ ਤਰ੍ਹਾਂ ਪਿਆਰੇ ਦਾ ਪ੍ਰੀਤਮ ਦਾ ਪਿਆਰ ਦੀ ਮਰਿਆਦਾ ਸਾਡੀ ਸਮਝ ਤੋਂ ਸੋਝੀ ਤੋਂ ਪਰੇ ਅਤ ਗੰਭੀਰ ਹੈ। ਜਿਵੇਂ ਸਮੁੰਦਰ ਵਿੱਚ ਜਲ ਦੀ ਬੂੰਦ ਸਮਾ ਜਾਂਦੀ ਹੈ, ਤਿਵੇਂ ਹੀ ਗੁਰੂ ਦਾ ਅਨੰਨ ਸੇਵਕ ਸਿੱਖ ਜਲ ਦੀ ਬੂੰਦ ਹੋ ਕੇ ਆਪਣੇ ਪਿਆਰੇ ਪ੍ਰੀਤਮ ਵਿੱਚ ਲੀਨ ਹੋ ਜਾਂਦਾ ਹੈ। ਅੰਤ ਨਹੀਂ ਪਾ ਸਕਦਾ, ਲੀਨ ਹੋ ਜਾਂਦਾ, ਅੰਤ ਨਹੀਂ ਪਾ ਸਕਦਾ। ਜਿਵੇਂ ਕੀੜੀ ਦੇ ਪੇਟ ਵਿੱਚ ਹਾਥੀ ਨਹੀਂ ਸਮਾ ਸਕਦਾ, ਉਹ ਭ੍ਰਿੰਗੀ ਪਹਾੜ ਨਹੀਂ ਚੁੱਕ ਸਕਦੀ, ਸੱਪ ਨੂੰ ਮੱਛਰ ਲੜ ਜਾਏ ਤੇ ਕੁਛ ਨਹੀਂ ਹੁੰਦਾ, ਮੱਕੜੀ ਚੀਤੇ ਦਾ ਕੁਛ ਨਹੀਂ ਕਰ ਸਕਦੀ, ਉਹ ਉੱਲੂ ਆਕਾਸ਼ ਵਿੱਚ ਉੱਡ ਕੇ ਆਕਾਸ਼ ਦੀ ਬਰਾਬਰੀ ਨਹੀਂ ਕਰ ਸਕਦਾ, ਤਾਂ ਚੂਹਾ ਸਮੁੰਦਰ ਨਹੀਂ ਪਾਰ ਕਰ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦੇ। ਅਸੀਂ ਬੂੰਦ ਹੋ ਕੇ ਗੁਰਸਿੱਖ ਗੁਰੂ ਦੀ ਬਖਸ਼ਿਸ਼ ਨਾਲ ਉਹਦੇ ਵਿੱਚ ਸਮਾ ਸਕਦੇ ਹਾਂ, ਅੰਤ ਨਹੀਂ ਪਾਉਂਦੇ। ਸ਼ਬਦ ਸੁਰਤ ਅਵਗਾਹਨ, ਅਵਗਾਹਨ ਡੂੰਘੀ ਖੋਜ ਵਿਚਾਰ ਚੁੱਭੀ ਲਾਉਣੀ, ਸਿਮਰਨ ਕਰਨਾ, ਲੀਨ ਹੋ ਜਾਣਾ। तो शब्द सुरत अवगावन कै साध संग, आत्मत रंग गंग सागर लहर है। वो भाई गुरसिख साध संगत विच मिल के गुरुद्वारे वाहिगुरू सिमरन विच सुरत लीन होण नाल वाहिगुरू ते समुंदर दीयां लहरां वांग, समुंदर दीयां लहरां वांग आत्मत रंग दे रंग बहिदे। अगम अगम अथा आ अपा अपर अपार अत, तो रतन प्रकाश नित पूरन गाह गहर है। सो वाहिगुरू रूपी समुंदर साडी पहुंच तो परे, उसकी डूंघाई कोई जान नहीं सकता, वो बहुत ही परे तो परे है। नाम सिमरन विच लीन रहन वाला गुरसिख पूरन गहराई वाली अवस्था विच अपहुंचते अथा वाहिगुरू दे सिफत सलाह रूपी रतन भंडारां नूं प्राप्त कर लैंदा है। हंस मर जीवा गुण गाख चाक संत, तो निस दिन घटका मुहूर्त पहर है। तो गुरसिख संत रात दिन, निस दिन रात दिन, घड़ी मोहत पहर भाव हर वेले, हर वेले घड़ी मोहत पहर हर वेले। हंस ते बरजीवड़े वांग नाम रत्ना दे गुना दा चाहवान हो के इसे व्यापार विच विहांजन दा गाहक बनिया रहिंदा है। हंस भी हीरे चुकदा, वो मरजीवड़ा भी समुंदर में जाता ते हीरे ले आंदा। इसे तरह असीं भी चुब्भी ला के उहदे चों दैवी गुण लैणे। स्वाति बूंद बरखा ज्यों गवन घटा घमंड, जिवें स्वाति नक्षत्र विच बूंद है, विच बदलां दे जम घटे घुमदे फिरदे बरखा करदे हन, ते स्वाति नक्षत्र दी बूंद समुंदर विच पै सिप विच कीमती मोती बन जाती है। इस तरह नाम रत्ते गुरसिख दे दसम द्वार विच जद अनहद धुनी दी गूंज पैंदी है, ते अमोलक नाम अमृत रस दी वर्खा हो के वो नर तो नर हर प्रभु दा रूप हो जाता है। होत मुक्ताहल और नर नर हरे। देखो स्वात बूंद बरखा जो गमन घटा घमंड, होत मुक्ताहल और नर नर हरे। तो नर तो नर हरि वाहिगुरू बन जाए। जिन हर जपिया से हर होए, शब्द सुरत लिव जोत कै अदोत भयो। जो वाहिगुरू सिमरन में सुरती लाने तो जोत कै अदोत भयो। साडे अंदर ही जोत का प्रकाश सूरज वांगू प्रकाश हो जाता है, अंदर प्रकाश हो जाता है। तो त्रे पवन और त्रिकाल अंतर दिखाए हैं। तो तिन्ना भवनां दी सोझी ते तिन्ने कालां दी सोझी अंदर ही सोझी आ जाती, अंदर ही आ जाती है। शब्द सुरत लिव गुरमत को प्रकाश, तो गुरु दी मत लिया सुरती लाया अंदर अभ्यास से प्रकाश अंदर। तो कथ कथा विनोद अलख लखाए हैं।
ਉਹ ਵਾਹਿਗੁਰੂ ਦੀ ਅਕਥ ਕਥਾ, ਵਾਹਿਗੁਰੂ ਦਰਸ਼ਨ ਦੇ ਦਿੰਦਾ ਪ੍ਰਕਟ, ਬੜਾ ਆਨੰਦਮਈ, ਆਨੰਦ ਵੱਜ ਜਾਂਦਾ, ਆਨੰਦ ਹੀ ਆਨੰਦ ਹੈ। ਤੋ ਸ਼ਬਦ ਸੁਰਤ ਲਿਵ ਨਿਜਰ ਅਪਾਰ ਭਾਰ, ਵਾਹਿਗੁਰੂ ਸਿਮਰਨ ਵਿੱਚ ਸੁਰਤੀ ਲਾਉਣ ਨਾਲ ਦਸਮ ਦੁਆਰ ਚੋਂ ਚਸ਼ਮੇ ਵਾਂਗੂ ਅੰਮ੍ਰਿਤ ਦੀ ਧਾਰ ਪੈਂਦੀ ਹੈ। ਪ੍ਰੇਮ ਰਸ ਰਸਕ ਹੋਏ ਆਪੇ ਪਿਆਏ ਹੈ, ਪ੍ਰੇਮੀ ਬਣ ਕੇ ਰਸ ਰਸਕ ਹੋਏ, ਉਹਦਾ ਰਸੀਆ ਬਣ ਕੇ ਆਪੇ ਤੇ ਅੰਮ੍ਰਿਤ ਛਕਦਾ, ਅੰਦਰੋਂ ਅੰਮ੍ਰਿਤ ਮਿਲਦਾ ਹੈ, ਅੰਮ੍ਰਿਤ ਪਿਆਏ ਹੈ। ਸ਼ਬਦ ਸੁਰਤ ਲਿਵ ਸੋਹੰਗ ਸੋ ਅਜੱਪਾ ਜਾਪ, ਸਹਿਜ ਸਮਾਧ ਸੁਖ ਸਾਗਰ ਸਮਾਏ। ਸ਼ਬਦ ਸੁਰਤ ਲਿਵ ਸੋਹੰਗ, ਮੈਂ ਹੀ ਵਾਹਿਗੁਰੂ ਹਾਂ, ਸੋਹੰਗ ਮੈਂ ਹੀ ਇੱਕ ਵਾਹਿਗੁਰੂ, ਵਾਹਿਗੁਰੂ ਨਾਲ ਇਕਤਾ। ਤੋ ਸ਼ਬਦ ਜਦੋਂ ਮੈਂ ਸਿਮਰਨ ਵਿੱਚ ਸੁਰਤੀ ਲਾਉਂਦੇ ਹਾਂ ਤੋ ਸੋਹੰਗ ਸੋ ਅਜੱਪਾ ਜਾਪ, ਮੈਂ ਹੀ ਵਾਹਿਗੁਰੂ ਹਾਂ ਤੇ ਜੱਪਾ ਜਾਪ ਸ਼ੁਰੂ ਹੋ ਜਾਂਦਾ। ਤੋ ਸਹਿਜ ਸਮਾਧ, ਅੱਗੇ ਵੀ ਕਿਹਾ ਸਹਿਜ ਸਮਾਧ, ਗੁਰੂ ਨਾਨਕ ਦੀ ਸਮਾਧੀ ਸੁਖ ਸਾਗਰ ਸਮਾਏ, ਸੁਖ ਸਾਗਰ ਸਮਾਏ, ਸੁੱਖਾਂ ਦੇ ਸਾਗਰ ਵਾਹਿਗੁਰੂ ਵਿੱਚ ਸਮਾ ਜਾਂਦੇ। ਉਹ ਕੋਈ ਸਮਾਇਆ ਵੀ ਆ ਗੁਰਦੁਆਰੇ, ਉਹ ਕਿਸੇ ਦੀ ਸੁਰਤੀ ਵੀ ਲੱਗੀ ਕਿ ਐਵੇਂ ਭਾਈ ਗੁਰਦਾਸ ਜੀ ਲਿਖੀ ਜਾਂਦੇ ਆ, ਆਦ ਕੇ ਬਿਆਦ ਕੇ ਉਪਾਦ ਕੇ ਤ੍ਰੈ ਦੋਖ ਰੁੱਤੇ, ਤ੍ਰੈ ਦੋਖ ਹੁੱਤੇ। ਆਦ ਮਾਨਸਿਕ ਰੋਗ, ਚਿੰਤਾ ਫਿਕਰ, ਵਿਆਦ ਸਰੀਰਕ ਰੋਗ, ਉਪਾਦ ਦੇਵਕ ਰੋਗ, ਕਸ਼ਟ ਪਛਤਾਤਾਪ, ਤ੍ਰਿਖੂਤ ਤਿੰਨਾਂ ਤਰ੍ਹਾਂ ਦੇ ਦੁੱਖ, ਸਾਰੇ ਦੁੱਖ ਹੀ ਦੁੱਖ। ਗੁਰ ਸਿੱਖ ਸਾਧ ਗੁਰ ਬੈਦ ਪੈ ਲਿਆਏ। ਸੋ ਜਿਹੜੇ ਮਾਨਸਿਕ ਸਰੀਰਕ ਤੇ ਦੇਵਕ ਤਿੰਨਾਂ ਕਿਸਮਾਂ ਦੇ ਦੁੱਖ ਵਾਲੇ ਰੋਗੀ ਸਨ, ਆਦ ਕੇ ਬਿਆਦ ਕੇ ਉਪਾਦ ਕੇ ਤ੍ਰੈ ਦੋਖ ਹੁੱਤੇ, ਰੋਗੀ ਸਨ, ਉਹਨਾਂ ਨੂੰ ਗੁਰਸਿੱਖ ਸੇਵਕ ਸਾਧੂ ਸਤਿਗੁਰੂ ਵੈਦ ਪਾਸ ਲੈ ਆਉਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਨਾਨਕ ਕੀ ਕਰਦਾ ਹੈ, ਅੰਮ੍ਰਿਤ ਕਟਾਕ ਵੇਖ ਜਨਮ ਮਰਨ ਮਿਟੇ, ਸੋ ਜੋਨ ਜਮ ਕੇ ਨਿਵਾਰੇ ਅਬੇ ਪਦ ਪਾਏ। ਉਹੀ ਗੱਲ ਪੰਡਤਾਂ ਨੇ ਕੀ ਕੀਤਾ ਵੀ, ਉਹ ਕੋੜੀ ਨਾ ਕੋੜੀ, ਉਦੋਂ ਕੋੜ ਦਾ ਇਲਾਜ ਨਹੀਂ ਸੀ ਹੁੰਦਾ, ਅੱਜ ਕੱਲ੍ਹ ਤਾਂ ਹੋ ਗਿਆ। ਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਬੜੇ ਛੋਟੇ ਸਨ ਉਮਰ ਦੇ, ਤੇ ਸਾਡਾ ਨਰਾਦਰੀ ਕਰਨ ਲਈ, ਬੇਇੱਜ਼ਤੀ ਕਰਨ ਲਈ ਕੋੜੀ ਨੂੰ ਕਿਹਾ, ਗੁਰੂ ਬੜਾ ਪੂਰਾ ਹੀ, ਇਹਨੂੰ ਮੱਥਾ ਟੇਕਦਾ ਤੇਰਾ ਕੋੜ ਠੀਕ ਹੋ ਜਾਣਾ। ਹੁਣ ਪੰਡਤਾਂ ਦੀ ਤੇ ਮਨ ਵਿੱਚ ਸੀ ਕਿ ਉਹ ਕੋੜ ਠੀਕ ਨਹੀਂ ਹੋਣਾ ਤੇ ਗੁਰੂ ਸਾਹਿਬ ਦੀ ਨਰਾਦਰੀ ਹੋ ਜਾਏਗੀ। ਪਾਤਸ਼ਾਹ ਨੇ ਆਪਣਾ ਰੁਮਾਲ ਦੇ ਦਿੱਤਾ, ਉਹਨੇ ਮੱਥਾ ਟੇਕਿਆ, ਪਾਤਸ਼ਾਹ ਨੇ ਆਪਣਾ ਰੁਮਾਲ ਦੇ ਦਿੱਤਾ, ਮੈਂ ਆਪਣੇ ਸਰੀਰ ਤੇ ਲਾ, ਉਹਨੇ ਸਰੀਰ ਤੇ ਲਾਇਆ, ਕੋੜ ਠੀਕ ਹੋ ਗਿਆ, ਸਗੋਂ ਇੱਜ਼ਤ ਵੱਧ ਗਈ ਸਾਰੇ ਪਾਸੇ। ਕੋਈ ਰੋਗੀ ਮੇਰਾ ਵਾਹਿਗੁਰੂ ਨਜ਼ਰ ਤੱਕ ਕਿਰਪਾ ਕਠਾਂ, ਥੋੜੀ ਜੀ ਮਿਹਰ ਤੱਕ ਕਰੇ, ਪੇਖ ਜਨਮ ਮਰਨ ਮੇਟੇ। ਉਹ ਜਨਮ ਮਰਨ ਮੇਟੇ, ਤੁਸੀਂ ਦੁੱਖਾਂ ਦੀ ਗੱਲ ਕਰਦੇ। ਜੋਨ ਜਮ ਭੈ ਨਿਵਾਰੇ, ਜੋਨ ਜਮ ਭੈ ਨਿਵਾਰੇ ਅਬੇ ਪਦ ਪਾਏ। ਉਹ ਸਤਿਗੁਰੂ ਉਹਨਾਂ ਵੱਲ ਆਪਣੀ ਅੰਮ੍ਰਿਤ ਭਈ ਦ੍ਰਿਸ਼ਟੀ ਕਰਕੇ ਉਹਨਾਂ ਦੇ ਜਨਮ ਮਰਨ ਦਾ ਗੇੜ ਮਿਟਾ ਦਿੰਦੇ, ਜੂਨਾਂ ਵਿੱਚ ਭਟਕਦੇ ਤੇ ਮੌਤ ਲਿਆਉਣ ਵਾਲਾ ਜਮ ਦਾ ਡਰ ਦੂਰ ਕਰਦੇ, ਇਉਂ ਨਿਰਭੈ ਪਦ ਪਾ ਲੈਂਦੇ, ਰੱਬ ਨੂੰ ਜਾ ਮਿਲਦੇ ਆ। ਮੇਰਾ ਗੁਰੂ ਨਾਨਕ ਇੱਕ ਵਾਰੀ ਮਿਹਰ ਦੀ ਨਿਗਾਹ ਤਾਂ ਕਰ ਦੇਵੇ, ਚਰਨ ਕਮਲ ਮਕਰੰਦ ਰਾਜ ਲੇਪਨ ਕੇ, ਤੂੰ ਦੇਖਿਆ ਸਿੱਖਿਆ ਸੰਜਮ ਕੇ ਔਖਦ ਖਵਾਏ। ਜੋ ਸਤਿਗੁਰੂ ਦੇ ਚਰਨ ਕਮਲ ਵਿੱਚ ਆਏ ਗੁਰਸਿੱਖ, ਅੰਮ੍ਰਿਤ ਛਕ ਕੇ ਗੁਰਬਾਣੀ ਨਾਲ ਜੁੜ ਗਏ, ਤੇ ਉਹਨਾਂ ਦੀ ਚਰਨ ਧੂੜੀ ਰੱਜ, ਤੋ ਚਰਨ ਧੂੜੀ ਦਾ ਲੇਪਨ ਬਖਸ਼ ਕੇ, ਭਾਵ ਚਰਨ ਕਮਲਾਂ ਦਾ ਆਸਰਾ ਲੈ ਕੇ ਤੇ ਸ਼ਬਦ ਵਿਆਸ ਦੀ ਦੇਖਿਆ ਤੇ ਆਤਮ ਗਿਆਨ ਦੀ ਸਿੱਖਿਆ ਦੇ ਕੇ ਸੰਜਮ ਜੁਗਤੀ ਨਾਲ ਔਖਦ ਹੀ ਖਾਂਦਾ, ਔਖਦ ਖਵਾਏ। ਕਰਮ ਭਰਮ ਖੋਏ ਧਾਵਤ ਬਰਜ ਰੱਖੇ, ਉਹਨਾਂ ਦੇ ਕਰਮ ਕਾਂਡ ਖਤਮ ਹੋ ਗਏ, ਉਹਨਾਂ ਦਾ ਭਰਮਾਂ ਦਾ ਜਾਲ ਖਤਮ ਹੋ ਗਿਆ, ਵਿਸ਼ੇ ਵਿਕਾਰਾਂ ਵੱਲ ਦੌੜਦੇ ਮਨ ਨੂੰ ਵਸ ਕਰ ਲੈਂਦੇ ਹਨ। ਧਾਵਤ ਬਰਜ ਰੱਖੇ ਤੋ ਨੇਚਲ ਮਤ ਸੁਖ ਸਹਿਜ ਸਮਾਏ ਹੈ, ਉਹਨਾਂ ਦਾ ਮਨ ਟਿਕ ਗਿਆ, ਸੁਖ ਸਹਿਜ ਆ ਗਿਆ ਨਾ, ਗੁਰੂ ਨਾਨਕ ਵਰਗੇ ਬਣ ਗਏ, ਸੁੱਖਾਂ ਵਿੱਚ ਸਮਾ ਗਏ ਭਾਈ, ਸੁਖ ਸਹਿਜ ਸਮਾਏ। ਬੋਹਿਤ ਪ੍ਰਵੇਸ਼ ਭਏ ਨਿਰਭੈ ਹੋਏ ਪਾਰਗ੍ਰਾਮੀ, ਤੋ ਬੋਹਿਤ ਸਮੀਪ ਬੂਟ ਮਰਤ ਅਭਾਗੇ ਹੈ। ਬੋਹਿਤ ਜਹਾਜ਼ ਵਿੱਚ ਪ੍ਰਵੇਸ਼ ਭਏ ਬੈਠ ਕੇ, ਨਿਰਭੈ ਡਰ ਤੋਂ ਬਿਨਾਂ, ਪਾਰਗ੍ਰਾਮੀ ਪਾਰ ਲੰਘ ਜਾਂਦਾ।
तो समीप नेड़े, अभागे मंदभागी खोटे भागां वाले। भाई जहाज विच बह जाइए तो निडर हो के समुद्र तो पार हो जाइदा है, पर जहाज दे नेड़े हुंदियां भी मंदभागी डुब मरदे। जहाज में चढ़ते नहीं, अमृत ही नहीं छकते। हाँ, अमृत ही नहीं छकते, डुब मरदे हैं, उत्थे डुब मरदे हैं। जहाज हैगा सतगुरु है बोइठा। गुरु नानक सचखंड जाण दा नॉन स्टॉप जहाज आ। चंदन समीप दुर्गंध सो सुगंध होए, तो दुरंतर तार गंध मारुत न लगे। कहता चंदन के नेड़े होने वाले अरिंड भी मंदी वाशना वाले बृछ सुगंधी वाले हो जाते हैं, पर दूर दराडे के बृछ ਨੂੰ चंदन की सुगंधी वाली हवा ही नहीं पुजती, पुज ही नहीं सकती। दूर दराडे रह गए, गुरुद्वारे नहीं गए, गुरुद्वारे नहीं गए। सेजा संजोग भोग नार गर हार होत, तो पुरख बदेश कुल दीपक न जागे है। तो सेजा ते पति नूं मानन लई पतिव्रता इस्त्री पति दे गल दा हार हो जाती है, पति नाल चंबड़ी रहिंदी, पति नूं प्यार करदी है। पर जिसका पति छड़ के प्रदेश चला जाए तो उसके कुले घर में दीवा भी नहीं जगदा, छड़ के चला गया। वो प्यार वाला दीवा नहीं जगदा भाई, वो प्यार पतिव्रता की गल कीती है। तो सेजा संजोग भोग नार गर हार हो, गल ਉਹਦਾ गले का हार बनी रही है। तो जेड़ा पुरख प्रदेश कुल दीपक न जागे, तो पति छड़ के चला गया। तो फिर तो श्री गुरु कृपा निधान सिमरन ज्ञान ध्यान गुरमुख सुख फल पल अनुरागे। ऐसे तरह सतगुरु नूं प्रतख निकट कर जानन वाले गुर सिख सेवक वालों कृपा दे भंडार सतगुरु जी दे बख्शे सिमरन उपदेश ते ध्यान नूं हर पल प्यार करन नाल। प्रतख मतलब श्री गुरु ग्रंथ साहब जी नूं प्रतख हाज़र नादर गुरु समझो। प्रतख वाहिगुरु है, दिसदा वाहिगुरु, बोलदा वाहिगुरु, सुनदा वाहिगुरु, देखदा वाहिगुरु, हाज़र नादर वाहिगुरु, बख्शिश करदा वाहिगुरु, करता वाहिगुरु। वो आत्म सुख का फल प्राप्त हुंदा है। प्रतख समझो, मेरा पति आ, गल ना लग जाओ। जो अंतरात्मा सतगुरु की नेड़ता हजूरी नहीं प्रतीत करता, वो आत्म सुख भी नहीं प्राप्त कर सकता। देखो ना गल की है, जो प्रदेश वह दीवा किमें जगे मन दसो। पति बाहर गया, पति वरता इस्त्री है, पति तो बगैर वह दीवा किमें जग सकता? नहीं जग सकता ना। उन्होंने प्यार कितों मिलूगा, तो बाहर गया हुआ। तो जे सतगुरां नूं अपना पति समझ के गले का हार बना लांगे, प्यार नाल रवांगे, तो ठीक है। जे नहीं तो फिर प्रदेश गया ही है भाई। गुरु नानक प्रदेश गया है। सो चरण कमल को महात्म अगाध बोध। गुरु साहब के चरणों में जाके की मैनू फल मिलूगा? कहता दस नहीं सकते। वडियाई समझ थोड़ी तो परे है, तेन की मिल जाऊ। अत आश्चर्य में नमो नमो नम है। भाई उन्होंने नमस्कार है, बार बार नमस्कार है। वाहिगुरु के चरणों कोमल कोमलता और शीतल शीतलता कह वासना सुबास तास द्वितीय न सम है। सो दुनिया भर की कोमलता भी वो कोमल हैं, दुनिया भर की कोमलता भी चरण वो कोमल हैं, ते शीतलता करके अति शीतल हैं। उन्होंने सुगंधी दे तुल होर कोई सुगंधी नहीं हैगी गुरु नानक के चरणों के बराबर। सहज समाध ने जे आसन सिंघासन देखिए, सहज समाध फिर आ गई ना। गुरु नानक की समाधि निज आसन सचखंड सिंघासन ते स्वाद बिस्माद रस गमता गम है। गुरु दे सतगुरु के चरण कमल का सिंघासन निज आसन पहुँच जाते हैं। उत्थे सचखंड सिंघासन ते बैठे आसन जमा के निज स्वरूप में पहुँच के समाधि लाई हुई है। भाई सचखंड पहुँच के गुरु नानक की समाधि आ, सीधी गल। सहज समाध गुरु नानक की समाधि, निज आसन सचखंड सिंघासन उत्थे ही आ जिथे गुरु साहब का प्रकाश आ। स्वाद बिस्माद रस गमता गम।
ਭਾਈ ਉਹਦਾ ਫਿਰ ਉਹ ਚਰਨ ਕਮਲਾਂ ਦੇ ਧਿਆਨ ਜਿਹੜਾ ਜੁੜ ਗਿਆ, ਨਾਮ ਸਿਮਰਨ ਦੇ ਘਾਲ ਕਮਾਈ ਕੀਤੀ, ਉਹ ਗੁਰਦੇ ਨਾਮ ਸਿਮਰਨ ਰਸ ਪੁੰਚਣ ਦਾ ਸਵਾਦ ਅਲੌਕਿਕ, ਜਿਸ ਦਾ ਕਥਨ ਪਹੁੰਚ ਤੋਂ ਪਰੇ। ਤੋ ਰੂਪ ਕੇ ਅਨੂਪ ਰੂਪ ਮਨਸਾ ਮਨ ਮਨਸਾ ਬਕਤ, ਅਕਥ ਕਥਾ ਵਿਨੋਦ ਬਿਸਮੇ ਬਿਸਮ ਹੈ। ਉਹ ਭਾਈ ਇਹ ਸੁੰਦਰਤਾ ਕਰਕੇ ਸਤਿਗੁਰੂ ਦੇ ਚਰਨ ਕਮਲਤਾ ਦੀ ਸੁੰਦਰਤਾ ਬੇਮਿਸਾਲ ਹੈ। ਉਸ ਨੂੰ ਬਿਆਨ ਕਰਨ ਲਈ ਮਨ ਦੀ ਕਾਮਨਾ ਥੱਕ ਜਾਂਦੀ ਹੈ, ਬਿਆਨ ਨਹੀਂ ਕਰ ਸਕਦੀ। ਚਰਨ ਕਮਲ ਦੀ ਵਡਿਆਈ ਦੀ ਕਥਾ ਕਥੀ ਨਹੀਂ ਜਾ ਸਕਦੀ। ਇਹ ਕੌਤਕ ਹੈਰਾਨ ਤੋਂ ਹੈਰਾਨ। ਉਹ ਗੁਰੂ ਸਾਹਿਬ ਦੇ ਚਰਨ ਚਲੇ ਜਾਣਾ ਨਾ, ਚਰਨਾਂ ਵਿੱਚ ਚਲੇ ਜਾਣਾ, ਕੋਈ ਬਹੁਤ ਉੱਚੀਆਂ ਗੱਲਾਂ ਕਹਿੰਦੇ, ਬਹੁਤ ਉੱਚੀਆਂ। ਸਤਿਗੁਰੂ ਦਰਸ਼ਨ ਸ਼ਬਦ ਅਗਾਧ ਬੋਲ। ਹੁਣ ਗੁਰੂ ਸਾਹਿਬ ਦੇ ਦਰਸ਼ਨ ਹੋਏ ਆ, ਹਾਂਜੀ, ਵਾਹਿਗੁਰੂ ਸਿਮਰਨ ਨਾਲ ਹੋਏ ਆ, ਹਾਂਜੀ, ਉਹਨੂੰ ਅਕਲੋਂ ਬਾਹਰੀ ਗੱਲ ਹੈ। ਤੁਸੀਂ ਮੈਨੂੰ ਆਪਣੀ ਅਕਲ ਨਾਲ ਦਰਸ਼ਨ ਕਰਕੇ ਦਿਖਾ ਦਿਓ, ਆਪਣੀ ਸਿਆਣਪ ਨਾਲ ਦਰਸ਼ਨ ਕਰਕੇ ਦਿਖਾ ਦਿਓ, ਆਪਣੀ ਪੜ੍ਹਾਈ ਨਾਲ ਦਰਸ਼ਨ ਕਰਕੇ ਦਿਖਾ ਦਿਓ। ਕੋਈ ਅਕਲੋਂ ਬਾਹਰੀ ਵਾਹਿਗੁਰੂ ਦੀ ਨਿਰੋਲ ਮਿਹਰ, ਅਕਲੋਂ ਬਾਹਰੀ ਗੱਲ ਅਗਾਧ ਬਹੁਤ ਅਭਿਗਤ ਗਤ ਨੇਤ ਨੇਤ ਨਮੋ, ਇਹ ਅਭਿਗਤ ਕਹੀ ਨਹੀਂ ਜਾ ਸਕਦੀ, ਇਸ ਬਾਰੇ ਬਿਆਨ ਨਹੀਂ ਹੋ ਸਕਦਾ ਕਿ ਉਹਨੂੰ ਦਰਸ਼ਨ ਹੋ ਗਏ। ਨਮੋ ਨਮੋ ਨੇਤ 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 ਹੈ, ਨਮਸਕਾਰ ਕਰੋ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ। ਨਮੋ ਨੇਤ ਦਰਸ ਧਿਆਨ ਅਰ ਸ਼ਬਦ ਗਿਆਨ ਲਿਵ। ਦਰਸ ਧਿਆਨ ਤੇ ਧਿਆਨ ਸੁਰਤੀ ਲਾਈ ਆ, ਗੁਰੂ ਦੇ ਸ਼ਬਦ ਦੇ ਗਿਆਨ ਸਮਝ ਕੇ ਤੇ ਸੁਰਤੀ ਲਾ ਲਈ ਆ। ਵਾਹਿਗੁਰੂ ਸਿਮਰਨ ਵਿੱਚ ਤੇ ਦਰਸ਼ਨ ਹੋ ਗਿਆ। ਦਰਸ ਧਿਆਨ ਅਰ ਸ਼ਬਦ ਗਿਆਨ ਲਿਵ। ਗੁਪਤ ਪ੍ਰਗਟ ਨਟ ਪੂਰਨ ਬ੍ਰਹਮ ਹੈ। ਗੁਪਤ ਪ੍ਰਗਟ ਹੁਣ ਵਾਹਿਗੁਰੂ ਸਾਨੂੰ ਦਿਸਦਾ ਨਹੀਂ ਨਾ ਦਿਸਦਾ, ਨਹੀਂ, ਨਟ ਮੈਨੇ ਪ੍ਰਸਾਰਾ ਤੋ ਗੁਪਤ ਪ੍ਰਗਟ, ਉਹ ਗੁਪਤ ਪ੍ਰਤੱਖ ਦਿਸਦਾ, ਆਪਣੇ ਪਸਾਰੇ ਵਿੱਚ ਪੂਰਨ ਬ੍ਰਹਮ ਹੈ। ਉਹ ਵਾਹਿਗੁਰੂ ਸਾਨੂੰ ਪੂਰਨ ਬ੍ਰਹਮ ਦਿਸਦਾ, ਪੂਰਨ ਪ੍ਰਤੱਖ ਗੁਪਤ ਹੈ, ਹੁਣ ਪ੍ਰਗਟ ਹੋ ਗਿਆ। ਧਿਆਨ ਤਾਂ ਲਾਓ। ਉਹ ਨਿਰਗੁਣ ਸਰਗੁਣ ਕੁਸਾਮਲੀ ਵੀ ਸੁਗੰਧ ਗਤ ਸੰਧ, ਏਕ ਔ ਅਨੇਕ ਰੂਪ ਗਮਤਾ ਅਗੰਮ ਹੈ। ਉਹ ਨਿਰਗੁਣ ਤੇ ਸਰਗੁਣ ਕੁਸਾਮਲੀ ਫੁੱਲਾਂ ਦੀ ਕਿਆਰੀ ਸੰਧ ਸੰਧੀ ਮੇਰ, ਜਦੋਂ ਗੁਰੂ ਸਾਹਿਬ ਨਾਲ ਮਿਲਾਪ ਹੋ ਜਾਂਦਾ, ਜਦੋਂ ਇੱਕ ਨਿਰਗੁਣ ਵਾਹਿਗੁਰੂ ਅਨੇਕਾਂ ਸਰਗੁਣ ਸਰੂਪਾਂ ਵਿੱਚ ਏਕ ਅਨੇਕ ਵਿਆਪਕ ਹੋ ਰਿਹਾ ਹੈ, ਤੇ ਫੁੱਲਾਂ ਦੀ ਕਿਆਰੀ ਵਿੱਚ ਮਿਲੀ ਸੁਗੰਧੀ ਵਾਂਗ ਉਹ ਅਗੰਮ ਵਾਹਿਗੁਰੂ ਦੀ ਗਮਤਾ ਨੂੰ ਮਹਿਸੂਸ ਕੀਤਾ ਜਾ ਸਕਦਾ, ਜਾਣਿਆ ਜਾ ਸਕਦਾ, ਪਹੁੰਚ ਹੋ ਸਕਦੀ ਹੈ। ਪਰਮ ਅਭੁੱਤ ਅਚਰਜ ਅਚਰਜ में ਅਕਥ ਕਥਾ ਅਲਖ ਬਿਸਮੇ ਬਿਸਮ ਹੈ। ਉਹ ਭਾਈ ਸਤਿਗੁਰੂ ਦਾ ਦਰਸ਼ਨ ਤੇ ਉਹਨਾਂ ਦਾ ਬਖਸ਼ਿਆ ਸ਼ਬਦ ਉਪਦੇਸ਼ ਪਰਮ ਅਦਭੁਤ ਹੈ, ਅਚਰਜ ਤੋਂ ਵੀ ਅਚਰਜ ਹੈ। ਉਸ ਦੀ ਕਥਾ ਨਹੀਂ ਕਥੀ ਜਾ ਸਕਦੀ, ਉਸ ਸਮਝ ਤੋਂ ਪਰੇ ਹੈ। ਹੈਰਾਨ ਤੋਂ ਹੈਰਾਨ ਕਰ ਦੇਣ ਵਾਲੀ ਅਵਸਥਾ ਹੈ ਭਾਈ, ਹੈਰਾਨ ਤੋਂ ਹੈਰਾਨ ਕਰ ਦੇਣ ਵਾਲੀ ਅਵਸਥਾ। ਤੋ ਸਤਿਗੁਰੂ ਦਰਸ ਧਿਆਨ ਗਿਆਨ ਅੰਜਨ ਕੈ ਮਿਰਤ ਸਤਰਤਾ ਨਿਵਾਰੀ ਪੂਰਨ ਬ੍ਰਹਮ ਹੈ। ਸਤਰਤਾ ਦੁਸ਼ਮਣੀ, ਕਹਿੰਦਾ ਸਤਿਗੁਰੂ ਦੇ ਦਰਸ਼ਨ ਦਾ ਧਿਆਨ ਧਰਿਆ ਤੇ ਗੁਰੂ ਗਿਆਨ ਦਾ ਸੁਰਮਾ ਪਾ ਕੇ ਨਾਮ ਸਿਮਰਨ ਦੀ ਘਾਲ ਕਮਾਈ ਕਰਨ ਨਾਲ ਹਿਰਦੇ ਵਿੱਚੋਂ ਮਿੱਤਰਤਾ ਤੇ ਦੁਸ਼ਮਣੀ ਮਿਟ ਜਾਂਦੀ ਹੈ। ਮਿੱਤਰ ਸਤਰਤਾ ਨਿਵਾਰੀ ਪੂਰਨ ਬ੍ਰਹਮ ਹੈ। ਜਦੋਂ ਇਹ ਦੋਵੇਂ ਮਿਟ ਗਈਆਂ, ਸਾਰੇ ਪਾਸੇ ਵਾਹਿਗੁਰੂ ਹੀ ਵਾਹਿਗੁਰੂ ਆ, ਵਾਹਿਗੁਰੂ ਹੀ ਵਾਹਿਗੁਰੂ ਆ। ਗੁਰ ਉਪਦੇਸ਼ ਪਰਵੇਸ਼ ਆਦਿ ਕੋ ਆਦੇਸ਼, ਉਸਤਤ ਨਿੰਦਾ ਮੇਟ ਗਮਤਾ ਹੈ ਗਮ ਹੈ। ਗੁਰੂ ਦਾ ਉਪਦੇਸ਼ ਲੈ ਲਈਏ, ਬਾਣੀ ਨਾਲ ਜੁੜ ਜਾਈਏ, ਗੁਰੂ ਦੇ ਸ਼ਬਦ ਅੰਦਰ ਵਸਾਇਆ ਆਦਿ ਪੁਰਖ ਵਾਹਿਗੁਰੂ ਨੂੰ ਜੁਹਾਰਾ ਨਮਸਕਾਰਾਂ ਹੀ ਆਦਿ ਕੋ ਆਦੇਸ਼, ਨਮਸਕਾਰ ਨਮਸਕਾਰ। ਉਸਤਤ ਨਿੰਦਾ ਇਹ ਦੋਵੇਂ ਮਿਟ ਜਾਣ, ਮਿਟ ਜਾਂਦੀਆਂ, ਪਹੁੰਚ ਵਾਹਿਗੁਰੂ ਤੱਕ ਪਹੁੰਚ ਹੋ ਜਾਂਦੀ ਹੈ। ਗਮਤਾ ਅਗੰਮ ਹੈ, ਉਹ ਅਗੰਮ ਪਹੁੰਚ ਤੱਕ ਪਹੁੰਚ ਹੋ ਜਾਂਦੀ ਹੈ। ਤੋ ਚਰਨ ਸਰਨ ਗਹਿ ਧਾਵਤ ਬਰਜ ਰਾਖੇ। ਚਰਨ ਸਰਨ ਗਹਿ, ਸਤਿਗੁਰੂ ਕੋਲ ਜਾ ਕੇ ਅੰਮ੍ਰਿਤ ਦੀ ਦਾਤ ਲੈ ਲਈ ਤੇ ਗੁਰਬਾਣੀ ਨਾਲ ਜੁੜ ਗਏ। ਧਾਵਤ ਤੋਂ ਭਟਕਦੇ ਮਨ ਨੂੰ ਰੋਕਿਆ ਜਾ ਸਕਦਾ, ਵਿਸ਼ੇ ਵਿਕਾਰਾਂ ਵੱਲ ਭਟਕਦੇ ਮਨ ਨੂੰ ਰੋਕਿਆ ਜਾ। ਆਸਾ ਮਨਸਾ ਬਖਤ ਸਫਲ ਜਨਮ ਹੈ। ਆਸਾ ਤੇ ਮਨਸਾ ਥੱਕ ਜਾਂਦੀਆਂ ਹਨ, ਮੁੱਕ ਜਾਂਦੀਆਂ ਹਨ,
ਇਉਂ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ। ਸਾਧ ਸੰਗ ਪ੍ਰੇਮ ਨੇਮ ਜੀਵਨ ਮੁਕਤ ਗਤ, ਕਾਮ ਨੇ ਕਾਮ ਨੇ ਕਰਮ ਕਰਮ ਹੈ। ਤੋ ਸਾਧ ਸੰਗਤ ਵਿੱਚ ਸਤਿਗੁਰੂ ਦੀ ਹਜ਼ੂਰੀ ਗੁਰਦੁਆਰੇ ਮਿਲ ਕੇ ਪ੍ਰੇਮ ਦਾ ਨੇਮ ਨਿਭਦਾ ਤੇ ਜੀਵਨ ਮੁਕਤ ਗਤੀ ਨੂੰ ਪ੍ਰਾਪਤ ਪਾਈਦਾ ਹੋਈਦਾ। ਤੋ ਸੰਸਾਰਕ ਕਾਮਨਾਵਾਂ ਵੱਲੋਂ ਸ਼ਾਂਤ ਹੋ ਜਾਈਦਾ ਤੇ ਨਿਸ਼ਕਾਮ ਭਾਵਨਾ ਵਿੱਚ ਸ਼ੁਭ ਕਰਮਾਂ ਸੇਵਾ ਸਿਮਰਨ ਆਦਿ ਵੱਲ ਲੱਗੀ ਜਾਈਦਾ। ਨਿਸ਼ਕਾਮ ਵੱਲ ਸਤਿਗੁਰੂ ਦੇਵ ਸੇਵ ਅਲਖ ਅਭੇਵ ਗਤ ਸਾਵਧਾਨ ਸਾਧ ਸੰਗ ਸਿਮਰਨ ਮਾਤਰ ਕਹਿ, ਸਿਮਰਨ ਮਾਤਰ ਕਹਿ। ਸਤਿਪੁਰਖਾਂ ਦੀ ਸੰਗਤ ਵਿੱਚ ਸੁਚੇਤ ਹੋ ਕੇ ਪਿਆਰ ਨਾਲ ਪ੍ਰਕਾਸ਼ ਰੂਪ ਸਤਿਗੁਰੂ ਦੀ ਸੇਵਾ ਤੇ ਸਿਮਰਨ ਕੀਤਿਆਂ ਅਲਖ ਤੇ ਅਭੇਵ ਵਾਹਿਗੁਰੂ ਦੀ ਸੋਝੀ ਹੋ ਜਾਂਦੀ ਹੈ। ਸਿਮਰਨ ਤੋਂ ਪਤਿਤ ਪਨੀਤ ਰੀਤ ਪਾਰਸ ਕਰੇ ਮਨੂਰ, ਬਾਂਸ ਮੈਂ ਸੁਗਾਂ ਸੁਬਾਸ ਕਹਿ, ਕੋ ਪਾਤਰੇ ਸੋ ਪਾਤਰ ਕਹਿ। ਸੋ ਪਾਪੀਆਂ ਨੂੰ ਪਵਿੱਤਰ ਕਰਨ ਵਾਲੀ ਰੀਤੀ ਅਨੁਸਾਰ ਸਤਿਗੁਰੂ ਸੜੇ ਹੋਏ ਲੋਹੇ ਨੂੰ ਸੋਨੇ ਵਰਗਾ ਬਣਾ ਦਿੰਦੇ, ਪਾਰਸ ਕਰ ਲੈਂਦੇ ਤੇ ਬਾਂਸ ਵਰਗੇ ਹੰਕਾਰੀ ਮਨੁੱਖਾਂ ਨੂੰ ਨਾਮ ਸਿਮਰਨ ਦੀ ਸੁਗੰਧੀ ਦੇ ਕੇ ਖੋਟੇ ਮਨੁੱਖਾਂ ਨੂੰ ਉੱਤਮ ਪੁਰਖ ਬਣਾ ਦਿੰਦੇ। ਪਤਿਤ ਪਨੀਤ ਕਰ ਪਾਵਨ ਪਵਿੱਤਰ ਕਿਨੇ, ਪਾਰਸ ਮਨੂਰ ਬਾਸ ਬਾਸੇ ਧਰਮ ਜਾਤ ਹੈ। ਤੇ ਫਿਰ ਉਹ ਸਤਿਗੁਰੂ ਜਿਸ ਪਾਪੀ ਨੂੰ ਪਵਿੱਤਰ ਕਰਦਾ ਹੈ ਉਹ ਆਪ ਪਵਿੱਤਰ ਹੋ ਕੇ ਹੋਰਨਾਂ ਨੂੰ ਵੀ ਪਵਿੱਤਰ। ਦੇਵ ਸੇਵ ਅਲਖ ਅਭੇਵ ਗਤ ਸਾਵਧਾਨ ਸਾਧ ਸੰਗ ਸਿਮਰਨ ਮਾਤਰ ਕਹਿ, ਸਿਮਰਨ ਮਾਤਰ ਕਹਿ। ਇੱਕ ਗੱਲ ਸਤਿਪੁਰਖਾਂ ਦੀ ਸੰਗਤ ਵਿੱਚ ਸੁਚੇਤ ਹੋ ਕੇ ਸਾਵਧਾਨ ਪ੍ਰਕਾਸ਼ ਰੂਪ ਸਤਿਗੁਰੂ ਦੀ ਸੇਵਾ ਤੇ ਸਿਮਰਨ ਕੀਤਿਆਂ ਅਲਖ ਤੇ ਅਭੇਵ ਵਾਹਿਗੁਰੂ ਦੀ ਸੋਝੀ ਹੋ ਜਾਂਦੀ ਹੈ। ਸਾਵਧਾਨ ਸਾਧ ਸੰਗ ਗੁਰਦੁਆਰੇ ਸੰਗਤ ਵਿੱਚ ਬੈਠ ਕੇ ਸਿਮਰਨ ਮਾਤਰ ਕੇ ਥੋੜਾ ਜਿਹਾ ਵੀ ਸਿਮਰਨ ਕਰਨ ਨਾਲ ਤੁਹਾਡੀ ਉਹ ਵਾਹਿਗੁਰੂ ਨਾਲ ਜਾਣ ਪਛਾਣ ਹੋ ਜਾਂਦੀ ਹੈ, ਵਾਹਿਗੁਰੂ ਦੀ ਸੋਝੀ ਆ ਜਾਂਦੀ ਹੈ। पतित पुनीत रीत पारस करे मनूर, बांस में सुबास कह, कुपात्र सुपात्र कह। पापियां ਨੂੰ ਪਵਿੱਤਰ ਕਰਨ ਵਾਲੀ ਰੀਤੀ ਅਨੁਸਾਰ ਸਤਿਗੁਰੂ ਮਨੂਰ ਸੜਿਆ ਹੋਇਆ ਲੋਹਾ, ਮਨੂਰ ਵਰਗੇ ਸੜੇ ਹੋਏ ਲੋਹੇ ਵਰਗੇ ਪੁਰਸ਼ਾਂ ਨੂੰ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਆਪਣੇ ਸਮਾਨ ਪਾਰਸ ਕਰ ਲੈਂਦਾ ਹੈ ਅਤੇ ਬਾਂਸ ਵਰਗੇ ਹੰਕਾਰੀ ਮਨੁੱਖਾਂ ਨੂੰ ਨਾਮ ਸਿਮਰਨ ਦੀ ਸੁਗੰਧੀ ਵਸਾ ਕੇ ਖੋਟੇ ਮਨੁੱਖਾਂ ਤੋਂ ਉੱਤਮ